ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸੁਨ ਸਤਿਗੁਰ ਕੇ ਬਾਕ ਰਸੀਲੇ ਬ੍ਰਿੰਦ ਬਿਕਾਰਨ ਪਰਮ ਕਟੀਲੇ। ਭਾਗ ਬੜੇ ਮਸਤਕ ਜਿਸ ਜਾਗੇ ਤੀਖਨ ਤੀਰ ਸਮਾਨ ਸੋ ਲਾਗੇ। ਸੁਨ ਸਤਿਗੁਰ ਕੇ ਬਾਕ ਰਸੀਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਮੁੱਚੀਆਂ ਸੰਗਤਾਂ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੁਭਾਏਮਾਨ ਸੰਗਤ ਜੀ। ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਲੜੀਵਾਰ ਕਥਾ ਦਾ ਸਮਾਂ ਹੋਇਆ। ਕੁਝ ਸਮਾਂ ਆਪਾਂ ਲੜੀਵਾਰ ਕਥਾ ਸਰਵਣ ਕਰਨੀ ਹੈ। ਭਾਈ ਮੰਝ ਜੀ ਦਾ ਜੀਵਨ ਆਪ ਜੀ ਨੇ ਸਰਵਣ ਕੀਤਾ। ਇੱਕ ਸਿੱਖ ਹੋਰ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ 'ਤੇ ਪਹੁੰਚੇ ਉਹਨਾਂ ਦਾ ਨਾਮ ਹੈ ਭਾਈ ਬਹੌੜਾ ਜੀ। ਪਿਆਰ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਭਾਈ ਬਹੌੜਾ ਜੀ। ਧੰਨ ਧੰਨ ਭਾਈ ਬਹੌੜਾ ਜੀ। ਕੱਲ ਤੁਸੀਂ ਸਰਵਣ ਕੀਤਾ ਕਿਵੇਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਭਾਈ ਬਹੌੜਾ ਜੀ ਸੱਚੇ ਪਾਤਸ਼ਾਹ ਜੀ ਨੂੰ ਮਿਲੇ।
ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ। ਭਾਈ ਬਹੌੜਾ ਜੀ ਦਾ ਪਹਿਲਾ ਜਿਹੜਾ ਜੀਵਨ ਸੀ ਉਹ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਭਾਈ ਬਹੌੜਾ ਜੀ ਨੂੰ ਵੇਖ ਕੇ ਮਿਹਰ ਦੇ ਘਰ ਵਿੱਚ ਆਏ। ਸੱਚੇ ਪਾਤਸ਼ਾਹ ਜੀ ਨੇ ਭਾਈ ਬਹੌੜਾ ਜੀ ਨੂੰ ਪੁੱਛਿਆ, ਭਾਈ ਬਹੌੜੇ ਸੱਚ ਸੱਚ ਦੱਸ ਦੇ, ਤੇਰਾ ਕੀ ਕੰਮ ਹੈਗਾ ਹੈ ਜੀ। ਭਾਈ ਬਹੌੜੇ ਨੇ ਨਹੀਂ ਮਹਾਰਾਜ ਨੂੰ ਆਪਣਾ ਨਾਮ ਦੱਸਿਆ, ਗੁਰੂ ਸਾਹਿਬ ਨੇ ਅੰਤਰਯਾਮਤਾ ਨਾਲ ਦੱਸਿਆ ਭਾਈ ਬਹੌੜਾ ਜੀ ਦਾ ਨਾਮ। ਭਾਈ ਬਹੌੜਾ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਜੇ ਮੇਰੇ ਨਾਮ ਦਾ ਆਪ ਜੀ ਨੂੰ ਪਤਾ ਤੇ ਕੰਮ ਦਾ ਵੀ ਪਤਾ ਹੈ ਮਹਾਰਾਜ। ਭਾਈ ਬਹੌੜਾ ਜੀ ਦਾ ਸਰੀਰ ਕੰਬਣ ਲੱਗ ਪਿਆ। ਮਹਾਰਾਜ ਜੀ ਦਾ ਪ੍ਰਤਾਪ ਇੰਨਾ ਵੱਡਾ, ਇੰਨਾ ਜ਼ਿਆਦਾ। ਭਾਈ ਬਹੌੜਾ ਜੀ ਨੇ ਕੰਬਦਿਆਂ ਨੇ ਆਖਿਆ, ਮਹਾਰਾਜ ਮੈਂ ਬੜਾ ਵੱਡਾ ਪਾਪੀ ਹਾਂ। ਸੱਚੇ ਪਾਤਸ਼ਾਹ ਮੈਂ ਬਹੁਤ ਵੱਡਾ ਅਧਰਮੀ ਹਾਂ, ਧਰਮ ਦੇ ਨਾਲ ਮੇਰਾ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ। ਮਹਾਰਾਜ ਕਹਿੰਦੇ, ਭਾਈ ਬਹੌੜੇ ਤੂੰ ਦੱਸ ਤੇ ਸਹੀ। ਭਾਈ ਬਹੌੜਾ ਕਹਿਣ ਲੱਗਾ, ਮਹਾਰਾਜ ਮੈਂ ਸੁਨਿਆਰਾ ਹਾਂ। ਬਾਕੀਆਂ ਦੀ ਗੱਲ ਛੱਡੋ, ਮੇਰੇ ਸਕੇ ਮਾਂ ਪਿਓ ਵੀ ਜੇ ਕਿਤੇ ਮੇਰੇ ਕੋਲੋਂ ਸੋਨੇ ਦਾ ਕੰਮ ਕਰਾਉਣ ਉਹਦੇ ਵਿੱਚੋਂ ਵੀ ਚੌਥਾ ਹਿੱਸਾ ਮੈਂ ਰੱਖ ਲੈਣਾ ਮਹਾਰਾਜ ਬਾਕੀਆਂ ਨਾਲ ਕੀ ਕਰਦਾ ਹੋਵਾਂਗਾ। ਮਹਾਰਾਜ ਕਹਿਣ ਲੱਗੇ, ਭਾਈ ਬਹੌੜੇ ਧਰਮ ਦੀ ਕਿਰਤ ਕਰਨੀ ਚਾਹੀਦੀ ਹੈ। ਇਹ ਤੂੰ ਪਾਪ ਕੀਤੇ ਹੈ, ਚੇਤਾ ਰੱਖੀ, ਕੀਤੇ ਹੋਏ ਪਾਪ, ਕੀਤਾ ਹੋਇਆ ਧੋਖਾ ਅਗਲੇ ਜਨਮ ਵਿੱਚ ਕੀ ਕਈ ਜਨਮਾਂ ਤੱਕ ਤੈਨੂੰ ਦੁੱਖ ਸਹੇੜਨਾ ਪੈਣਾ ਹੈ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਕਈ ਬੰਦੇ ਜੰਮਦੇ ਹੀ ਗੂੰਗੇ ਪੈਦਾ ਹੁੰਦੇ, ਬੋਲ ਨਹੀਂ ਹੋ ਸਕਦੇ ਜੀ। ਇਹ ਕੀ ਹੈ? ਇਹ ਕੀਤੇ ਪਾਪਾਂ ਦੀ ਸਜ਼ਾ ਹੈਗੀ ਹੈ ਜੀ। ਸੰਤ ਬਾਬਾ ਅਤਰ ਸਿੰਘ ਜੀ ਬਹੁਤ ਵੱਡੀ ਕਰਨੀ ਕਮਾਈ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਹੋਏ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੰਤ ਦਾ ਖਿਤਾਬ ਮਿਲਿਆ। ਗਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ, ਮਰੇ ਹੋਏ ਬੱਚੇ ਨੂੰ, ਤੇ ਸੰਤ ਵੇਖ ਕੇ ਖੁਸ਼ ਹੋਣ ਲੱਗ ਪਏ, ਖਿੜਖੜਾ ਕੇ ਹੱਸ ਪਏ। ਬੜੇ ਗਹਿਰ ਗੰਭੀਰ ਰਹਿੰਦੇ ਸੀਗੇ। ਗੁਰਮੁਖਾਂ ਪ੍ਰੇਮੀਆਂ ਨੇ ਮਹਾਂਪੁਰਖਾਂ ਨੂੰ ਪੁੱਛਿਆ, ਮਹਾਂਪੁਰਖੋ ਕੀ ਕਾਰਨ ਹੈ? ਮਹਾਂਪੁਰਖਾਂ ਦੱਸਿਆ, ਭਾਈ ਇਹ ਮਰਿਆ ਹੋਇਆ ਬੱਚਾ ਪਤਾ ਕਿਉਂ ਪੈਦਾ ਹੋਇਆ? ਕਹਿੰਦੇ ਦੱਸੋ। ਕਹਿਣ ਲੱਗੇ, ਜਦੋਂ ਇਹ ਗਰਭ ਜੂਨ ਵਿੱਚ ਸੀ ਨਾ, ਇਹਦੇ ਵਿੱਚ ਮੀਰ ਮੰਨੂ ਦੀ ਰੂਹ ਸੀ। ਕਹਿਣ ਲੱਗੇ, ਮੀਰ ਮੰਨੂ ਜਿਹਨੇ ਸਿੱਖਾਂ ਦੇ ਟੋਟੇ ਕੀਤੇ, ਜਿਹਦੇ ਬਾਰੇ ਪ੍ਰਚਲਿਤ ਹੋ ਗਈ ਸੀ ਗੱਲ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਮੰਨੂ ਸਾਡੀ ਦਾਤਰੀ, ਸਿੱਖਾਂ ਦੀ ਦਾਤਰੀ ਮੰਨਿਆ ਗਿਆ ਸੀ ਮੰਨੂ ਨੂੰ। ਇਹਨੇ ਪਾਪ ਬਹੁਤ ਕੀਤੇ, ਰੱਬ ਦੇ ਘਰੋਂ ਇਹਨੂੰ ਸਜ਼ਾ ਮਿਲੀ ਹੈ। ਇਹ ਇਸ ਸੰਸਾਰ ਦੀ ਹਵਾ ਨਹੀਂ ਲੈ ਸਕਦਾ, ਗਰਭ ਜੂਨ ਵਿੱਚ ਹੀ ਰਹੇਗਾ, ਗਰਭ ਜੂਨੀ ਦਾ ਦੁੱਖ ਮਿਲੇਗਾ ਇਹਨੂੰ। ਨਾਨਕ ਗਰਭ ਗਲੇ, ਗਰਭ ਦੇ ਵਿੱਚ ਹੀ ਇਹ ਗਲੇਗਾ। ਸੋ ਸੰਗਤ ਜੀ, ਮਹਾਰਾਜ ਨੇ ਭਾਈ ਬਹੌੜਾ ਜੀ ਨੂੰ ਦੱਸਿਆ, ਭਾਈ ਬਹੌੜਾ ਜਿਹੜੇ ਪਾਪ ਕੀਤੇ ਆ ਨਾ, ਕਈ ਜਨਮਾਂ ਤੱਕ ਇਹਨਾਂ ਪਾਪਾਂ ਦਾ ਫਲ ਭੋਗਣਾ ਪੈਣਾ। ਉਹ ਪਾਪਾਂ ਦਾ ਫਲ ਕੀ ਹੈ? ਪਾਪਾਂ ਦਾ ਫਲ ਹੈ ਦੁੱਖ, ਉਹ ਤੈਨੂੰ ਭੁਗਤਣਾ ਪਏਗਾ। ਭਾਈ ਬਹੌੜਾ ਜੀ ਅੱਗੇ ਹੀ ਕੰਬ ਰਹੇ ਸਨ, ਤੇ ਭਾਈ ਬਹੌੜਾ ਜੀ ਹੋਰ ਕੰਬਣ ਲੱਗ ਪਏ। ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਹੁਣ ਇਹਦੇ ਤੋਂ ਬਚਣ ਦਾ ਵੀ ਕੋਈ ਰਾਹ ਦੱਸ ਦਿਓ। ਮਹਾਰਾਜ ਕਹਿਣ ਲੱਗੇ, ਫਿਰ ਸੁਣ ਲੈ, ਵੱਡੇ ਤੋਂ ਵੱਡਾ, ਬੱਜਰ ਤੋਂ ਬੱਜਰ ਜਿਹੜਾ ਪਾਪ ਹੈ ਨਾ, ਉਹ ਪਰਮੇਸ਼ਰ ਦੇ ਨਾਮ ਅੱਗੇ ਨਹੀਂ ਅੜਦਾ। ਕਹਿਣ ਲੱਗੇ, ਨਾਮ ਜਪਿਆ ਕਰ ਪਰਮੇਸ਼ਰ ਦਾ, ਕੋਈ ਪਾਪ ਐਸਾ ਨਹੀਂ ਹੈਗਾ ਜਿਹੜਾ ਪਰਮੇਸ਼ਰ ਦੇ ਨਾਮ ਅੱਗੇ ਅੜੇ, ਤੇਰੇ ਸਾਰੇ ਪਾਪ ਹੀ ਕੱਟੇ ਜਾਣਗੇ। ਸੋ ਮਹਾਰਾਜ ਕਹਿਣ ਲੱਗੇ, ਦਿਨ ਰਾਤ ਵਾਹਿਗੁਰੂ ਜੀ ਦੇ ਨਾਮ ਵਿੱਚ ਧਿਆਨ ਦੇ, ਆਪਣੇ ਸਵਾਸਾਂ ਨੂੰ ਸੰਭਾਲ, ਤੇ ਉਹਨਾਂ ਰਾਹੀਂ ਪਰਮੇਸ਼ਰ ਦਾ ਨਾਮ ਜਪ। ਸਤ ਸੰਗਤ ਵਿੱਚ ਰਹਿ, ਜਿੰਨੀ ਤੇਰੀ ਉਮਰ ਰਹਿ ਗਈ ਹੈ ਸੰਗਤ ਕਰਿਆ ਕਰ। ਸੰਗਤ ਜੀ, ਸੰਗਤ ਕਰਨਾ ਬਹੁਤ ਜ਼ਰੂਰੀ ਹੈ ਵਿਅਕਤੀ ਵਾਸਤੇ। ਕਿਸੇ ਗੁਰਮੁਖ ਰੱਬ ਦੇ ਪਿਆਰੇ ਮਹਾਂਪੁਰਖ ਗੁਰੂ ਘਰ ਦੀ ਸੰਗਤ ਕਰਨਾ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿਣ ਲੱਗੇ, ਸੰਗਤ ਕਰਿਆ ਕਰ, ਧਰਮ ਦੀ ਕਮਾਈ ਕਰਿਆ ਕਰ। ਹੁਣ ਅੱਗੋਂ ਸੁਣੋ ਭਾਈ ਬਹੌੜਾ ਜੀ ਦਾ ਜੀਵਨ,
ਬੜੇ ਪਿਆਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਸਤਿਗੁਰ ਕੇ ਬਾਕ ਰਸੀਲੇ। ਜਦੋਂ ਭਾਈ ਬਹੌੜੇ ਨੇ ਗਰੀਬ ਨਵਾਜ ਸਾਹਿਬ ਜੀ ਦੇ ਬੜੇ ਮਿੱਠੇ ਰਸ ਭਰਪੂਰ ਬਚਨ ਸੁਣੇ, ਬ੍ਰਿੰਦ ਬੇਕਾਰਨ ਪਰਮ ਕਟੀਲੇ। ਬਸ ਫਿਰ ਕੀ ਸੀ, ਗੁਰੂ ਸਾਹਿਬ ਦੇ ਬਚਨਾਂ ਵਿੱਚ ਇੰਨਾ ਬਲ ਸੀਗਾ, ਭਾਈ ਬਹੌੜੇ ਦੇ ਮਨ ਦੀ ਮੈਲ ਉਤਰਦੀ ਗਈ ਜੀ। ਬਚਨਾਂ ਵਿੱਚ ਇੰਨਾ ਬਲ ਸੀਗਾ। ਕਮਾਈ ਹੈ ਨਾ ਆਪ ਪਰਮੇਸ਼ਰ ਨੇ, ਸੱਚੇ ਪਾਤਸ਼ਾਹ ਕਹਿੰਦੇ ਆ, ਜਿਹੜੀ ਵਕਾਰਾਂ ਦੀ ਮੈਲ ਲੱਗੀ ਸੀ ਨਾ, ਵਕਾਰਾਂ ਦੇ ਬੰਧਨ ਪਏ ਸੀ, ਉਹ ਕੱਟੇ ਗਏ ਜੀ। ਹਾਂਜੀ। ਭਾਗ ਵੱਡੇ ਮਸਤਕ ਜਿਸ ਜਾਗੇ। ਮੱਥੇ ਤੇ ਭਾਵ ਆਪਣੇ ਉਸ ਦੇ ਜੀਵਨ ਦੇ ਬੜੇ ਵੱਡੇ ਭਾਗ ਜਾਗ ਗਏ ਜੀ। ਹਾਂਜੀ। ਤੀਖਨ ਤੀਰ ਸਮਾਨ ਸੋ ਲਾਗੇ। ਜਿਵੇਂ ਤਿੱਖਾ ਤੀਰ ਜਾਵੇ, ਉਹ ਬੰਦੇ ਦਾ ਸੀਨਾ ਵਿੰਨ ਦਿੰਦਾ ਜੀ। ਜਿਸ ਅੰਗ ਤੇ ਜਾਏਗਾ ਅੰਗ ਵਿੰਨ ਦੇਗਾ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਐਸੇ ਸਨ, ਭਾਈ ਬਹੌੜੇ ਦੇ ਹਿਰਦੇ ਤੇ ਬਚਨ ਵੱਜੇ ਤਿੱਖੇ ਤੀਰ ਵਾਂਗ ਜੀ। ਬਸ ਫਿਰ ਕੀ ਸੀਗਾ ਜੀ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਐਸਾ ਬਚਨ ਮਹਾਰਾਜ ਜੀ ਦਾ ਅਸਰ ਪਾਇਆ ਭਾਈ ਬਹੌੜੇ ਦੇ ਉੱਤੇ। ਭਾਈ ਬਹੌੜਾ ਜੀ ਨਿਹਾਲ ਹੋ ਗਏ ਜੀ। ਬਸ ਉਹ ਪਹਿਲੀ ਵਾਰੀ ਗੁਰੂ ਜੀ ਦੀ ਹਜ਼ੂਰੀ 'ਚ ਆਏ, ਪਹਿਲੀ ਵਾਰੀ ਜੀਵਨ ਬਦਲ ਗਿਆ ਜੀ। ਗਦ ਗਦ ਭਾ ਸੁਧ ਸਰਬ ਵਿਸਾਰੀ। ਪ੍ਰਸੰਨ ਹੋ ਗਏ, ਨਿਹਾਲ ਹੋ ਗਏ, ਸੁਧ ਬੁੱਧ ਵਿਸਰ ਗਈ ਜੀ। ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਖਲੋਤਾ ਹਾਂ, ਪਤਾ ਹੀ ਨਹੀਂ ਲੱਗਾ ਮੈਂ ਕਿਹਦੇ ਅੱਗੇ ਖਲੋਤਾ ਹਾਂ। ਹਾਂਜੀ। ਪ੍ਰੇਮ ਮਹਾ ਅਸ਼ਰਨ ਕੋ ਡਾਰੀ। ਬਸ ਫਿਰ ਕੀ ਸੀਗਾ, ਨੇਤਰਾਂ ਦੇ ਵਿੱਚੋਂ ਜਲ ਨਹੀਂ ਬੰਦ ਹੋਇਆ ਜੀ। ਭਾਈ ਬਹੌੜਾ ਜੀ ਦੇ ਨੇਤਰਾਂ 'ਚੋਂ ਜਲ ਚੱਲ ਰਿਹਾ। ਸੰਗਤ ਜੀ, ਹੁੰਦਾ ਐਸਾ, ਕਈ ਵਾਰੀ ਕਥਾ ਕੀਰਤਨ ਸੁਣ ਕੇ ਗੁਰਮੁਖਾਂ ਪ੍ਰੇਮੀਆਂ ਦੇ ਹਿਰਦੇ ਤੇ ਇੰਨਾ ਅਸਰ ਹੋ ਜਾਂਦਾ ਹੈ, ਉਹ ਕਥਾ ਕੀਰਤਨ ਸੁਣਦਿਆਂ ਬੈਰਾਗ ਹੀ ਕਰੀ ਜਾਂਦੇ, ਬੈਰਾਗ ਹੀ ਕਰੀ ਜਾਂਦੇ, ਬੈਰਾਗ ਕਰੀ ਜਾਂਦੇ। ਉਹ ਕਹਿੰਦੇ ਸਾਡੇ 'ਚ ਤੇ ਐਸੇ ਗੁਣ ਹੀ ਨਹੀਂ ਹੈਗੇ, ਸਾਡਾ ਕੀ ਬਣੇਗਾ। ਜਿਨ੍ਹਾਂ ਦੇ ਉੱਤੇ ਅਸਰ ਹੋ ਜਾਂਦਾ ਜੀ। ਹਾਂਜੀ। ਪ੍ਰਥਮ ਕੁਕਰਮਨ ਕੋ ਪਛਤਾਵਤ। ਤੇ ਫਿਰ ਭਾਈ ਬਹੌੜਾ ਜੀ ਨਾਲੇ ਤੇ ਬੈਰਾਗ ਕਰਨ, ਨਾਲੇ ਪਹਿਲੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰਨ। ਮਨਾ, ਮੈਂ ਕਿਉਂ ਪਾਪ ਕੀਤੇ, ਮੈਂ ਕਿਉਂ ਮਾੜੇ ਕੰਮ ਕੀਤੇ। ਇਹ ਵੀ ਤਰੱਕੀ ਦੀ ਨਿਸ਼ਾਨੀ 'ਚ। ਜੇ ਬੰਦਾ ਸੋਚੇ ਨਾ ਮੇਰੇ ਕੋਲ ਗਲਤੀਆਂ ਹੋਈਆਂ, ਸਮਝ ਲਓ ਉਹਦੀ ਤਰੱਕੀ ਹੋਣੀ ਸ਼ੁਰੂ ਹੋ ਗਈ ਜੀ। ਜਿਹਨੂੰ ਗਲਤੀ ਦਾ ਅਹਿਸਾਸ ਹੋ ਗਿਆ, ਉਹ ਸੁਧਰਨ ਲੱਗ ਪਿਆ ਜੀ। ਭਾਈ ਬਹੌੜਾ ਜੀ ਸੋਚਦੇ, ਮੇਰੇ ਮਨਾ, ਮੈਂ ਕਿਉਂ ਗਲਤ ਕੰਮ ਕੀਤੇ ਹੁਣ ਤੱਕ। ਗੁਰ ਕੋ ਬਚਨ ਹਿਰਦੈ ਪੁਨ ਭਾਵਤ। ਫਿਰ ਕੀ ਸੀ, ਮਹਾਰਾਜ ਦੇ ਬਚਨ ਬਹੁਤੇ ਹੀ ਚੰਗੇ ਲੱਗਣ ਲੱਗ ਪਏ ਜੀ। ਬਹੁਤ ਚੰਗੇ ਲੱਗਣ ਲੱਗ ਪਏ ਬਚਨ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਕੋ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹਾਂਜੀ। ਲੱਗਿਓ ਸੇਵ ਕਰਬੇ ਸਤਿਗੁਰ ਕੀ। ਫਿਰ ਕੀ ਸੀ, ਭਾਈ ਬਹੌੜਾ ਜੀ ਬੈਰਾਗ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ। ਕਈ ਦਿਨ ਮਹਾਰਾਜ ਦੀ ਹਜ਼ੂਰੀ ਵਿੱਚ ਰਹੇ ਤੇ ਸੇਵਾ ਹੀ ਕਰਦੇ ਰਹੇ ਜੀ। ਉਹ ਬਸ ਸੇਵਾ ਨੇ ਸਭ ਪਾਪ ਪੂਪ ਧੋ ਦਿੱਤੇ ਜੀ, ਫੜ ਕੇ ਜੀ। ਗੁਰੂ ਘਰ ਦੀ ਸੇਵਾ ਬਹੁਤ ਵੱਡੀ ਹੈ। ਕਈ ਜਨਮਾਂ ਦਾ ਜਪ ਤਪ ਹੋਵੇ, ਗੁਰੂ ਘਰ ਵਿੱਚ ਇੱਕ ਦਿਨ ਦੀ ਸੇਵਾ ਹੋਵੇ, ਇੱਕ ਬਰਾਬਰ ਹੈ, ਇੱਕ ਬਰਾਬਰ ਹੈ। ਹਾਂਜੀ। ਬਧਿਓ ਪ੍ਰੇਮ ਸ਼ਰਧਾ ਧਰ ਉਰ ਕੀ। ਸੇਵਾ ਵਿੱਚ ਲੱਗ ਗਏ, ਕਿਸੇ ਨਾਲ ਗੱਲ ਨਹੀਂ ਕਰਨੀ, ਹਿਰਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਪਿਆਰ ਵਸ ਗਿਆ ਜੀ। ਹਾਂਜੀ। ਕਿਤਕ ਦਿਵਸ ਮੈਂ ਤਿਸ ਕੋ ਹੇਰਾ,
ਕਰਿਓ ਨਿਕੰਦਨ ਮੋਹ ਬਡੇਰਾ। ਜਦੋਂ ਕਥਾ ਕੀਰਤਨ ਹੋਣਾ, ਭਾਈ ਬਹੌੜਾ ਜੀ ਨੇ ਮਹਾਰਾਜ ਦੀ ਹਜ਼ੂਰੀ 'ਚ ਆ ਜਾਣਾ ਜੀ। ਬਸ ਸੇਵਾ ਕਰਨੀ, ਗੁਰੂ ਸਾਹਿਬ ਦੇ ਬਚਨ ਸੁਣਨੇ। ਕੁਝ ਦਿਨ ਇਸ ਤਰ੍ਹਾਂ ਲੰਘ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਭਾਈ ਬਹੌੜੇ ਜੀ ਵੱਲ ਵੇਖਿਆ ਜੀ। ਚੇਤਾ ਰੱਖਿਓ, ਸਤਿਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਦੇ ਬਰਾਬਰ ਇਸ ਦੁਨੀਆ ਦਾ ਸਾਰਾ ਖਜ਼ਾਨਾ ਵੀ ਹੋ ਜੇ ਨਾ ਇੱਕ ਬੰਨੇ, ਉਹ ਮੇਰੇ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਦ੍ਰਿਸ਼ਟੀ ਦੀ ਬਰਾਬਰੀ ਨਹੀਂ ਕਰ ਸਕਦਾ ਜੀ। ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਜੀ ਉਹਨਾਂ ਤੇ। ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ। ਕਰਿਓ ਨਿਕੰਦਨ ਮੋਹ ਬਡੇਰਾ। ਸੰਸਾਰੀ ਮੋਹ ਸੀ ਨਾ, ਹਾਏ ਮੇਰਾ ਪੁੱਤ, ਹਾਏ ਮੇਰੀ ਧੀ, ਹਾਏ ਮੇਰੀ ਜਾਇਦਾਦ, ਇਹ ਗੱਲ ਤੇ ਭਾਈ ਬਹੌੜੇ ਦੇ ਅੰਦਰੋਂ ਹੀ ਕੱਢ ਦਿੱਤੀ ਮਹਾਰਾਜ ਨੇ ਜੀ। ਲੱਗਾ ਰਹੇ ਬੰਦਾ, ਲੱਗਾ ਰਹੇ। ਜਦੋਂ ਕਿਸੇ ਤੇ ਗੁਰੂ ਜੀ ਦਿਆਲੂ ਹੁੰਦੇ ਆ ਨਾ, ਫੇਰ ਉਹਨੂੰ ਇਹ ਦਾਤ ਦਿੰਦੇ ਆ, ਐਵੇਂ ਨਹੀਂ ਦਿੰਦੇ ਜੀ। ਸੰਸਾਰਕ ਮੋਹ ਬੰਧਨ ਸੱਚੇ ਪਾਤਸ਼ਾਹ ਨੇ ਕੱਟ ਦਿੱਤੇ ਤੇ ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ। ਬੰਧਨ ਕੱਟ ਕੇ ਮਹਾਰਾਜ ਕਹਿੰਦੇ ਭਾਈ ਬਹੌੜੇ ਵਾਹਿਗੁਰੂ ਜਪਿਆ ਕਰ। ਨਿਰਾ ਕਿਹਾ ਹੀ ਨਹੀਂ, ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਬਹੌੜੇ ਦੇ ਅੰਦਰ ਨਾਮ ਰੱਖ ਦਿੱਤਾ ਜੀ। ਲਓ ਹੁਣ ਦੁਕਾਨ 'ਚ ਸੌਦਾ ਪੈ ਜੇ, ਸਿਆਣਾ ਵਪਾਰੀ ਆਪੇ ਵਧਾਈ ਜਾਂਦਾ ਜੀ। ਮਹਾਰਾਜ ਨੇ ਨਾਮ ਰੂਪੀ ਵਸਤੂ ਦੇ ਦਿੱਤੀ ਜੀ। ਉਸ ਦਿਨ ਤੋਂ ਬਾਅਦ ਭਾਈ ਬਹੌੜਾ ਜੀ ਦੇ ਅੰਦਰ ਕਦੀ ਵੀ ਨਾਮ ਨਹੀਂ ਵਿਸਰਿਆ ਜੀ, ਕਦੀ ਵੀ ਨਹੀਂ ਨਾਮ ਵਿਸਰਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਸ ਤੇ ਭਏ ਸੰਪੂਰਨ ਕਾਮ। ਜਿਸ ਨਾਮ ਨਾਲ ਸਾਰੇ ਕੰਮ ਹੀ ਪੂਰੇ ਹੁੰਦੇ ਜੀ। ਹਾਂਜੀ, ਸਤਿਗੁਰ ਪੂਰੈ ਨਾਮ ਦਿਆ, ਸਤਿਗੁਰ ਪੂਰੈ ਨਾਮ ਦਿਆ। ਸਤਿਗੁਰ ਪੂਰੇ ਨਾਮ ਦਿਆ, ਸਤਿਗੁਰ ਪੂਰੇ ਨਾਮ ਦਿਆ। ਸਤਿਗੁਰ ਪੂਰੈ ਨਾਮ ਦਿਆ, ਸਤਿਗੁਰ ਪੂਰੈ ਨਾਮ ਦਿਆ। ਸਤਿਗੁਰ ਪੂਰੇ ਨਾਮ ਦਿਆ, ਸਤਿਗੁਰ ਪੂਰੇ ਨਾਮ ਦਿਆ। ਪੂਰੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਭਾਈ ਬਹੌੜੇ ਨੂੰ ਨਾਮ ਦੀ ਦਾਤ ਦੇ ਦਿੱਤੀ, ਜਿਸ ਨਾਮ ਨਾਲ ਸਾਰੇ ਕੰਮ ਹੀ ਪੂਰੇ ਹੁੰਦੇ ਆ ਜੀ। ਐਸੋ ਸਹਾਈ ਹਰ ਕੋ ਨਾਮ, ਜਾਸ ਜਪਤ ਪੂਰਨ ਸਭ ਕਾਮ। ਸਤਿਗੁਰ ਪੂਰੈ ਨਾਮ ਦਿਆ, ਆਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਨਾਮ ਦੇ ਨਾਲ ਸਾਰੇ ਕੰਮ ਹੀ ਪੂਰੇ ਹੁੰਦੇ ਜੀ। ਸਤਿਗੁਰ ਪੂਰੈ ਨਾਮ ਦਿਆ, ਸਤਿਗੁਰ ਪੂਰੈ ਨਾਮ ਦਿਆ। ਸਤਿਗੁਰ ਪੂਰੇ ਨਾਮ ਦਿਆ, ਸਤਿਗੁਰ ਪੂਰੇ ਨਾਮ ਦਿਆ। ਹਾਂਜੀ, ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ। ਬਸੋ ਫਿਰ ਜਿਹੜਾ ਮਹਾਰਾਜ ਨੇ ਨਾਮ ਬਖਸ਼ਿਆ ਨਾ ਜੀ, ਭਾਈ ਬਹੌੜਾ ਜੀ ਉਹਦੇ ਪ੍ਰੇਮ ਵਿੱਚ ਲੱਗ ਗਏ ਜੀ, ਪ੍ਰੇਮ 'ਚ ਪਰੋਏ ਹੀ ਗਏ ਜੀ। ਨਾਮ ਬੰਦ ਹੀ ਨਾ ਹੋਵੇ ਅੰਦਰੋਂ ਜੀ। ਵਾਹਿਗੁਰੂ 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 ਚੱਲੀ ਜਾਵੇ ਜੀ, ਚੱਲੀ ਜਾਵੇ। ਹਾਂਜੀ, ਜਨਮ ਜਨਮ ਕੋ ਸੋਇਓ ਜਾਗਾ। ਉਹ ਜਿਹੜਾ ਅੰਦਰ ਵਾਲਾ ਜੀਵ ਜਨਮਾਂ ਜਨਮਾਂ ਦਾ ਸੁੱਤਾ ਪਿਆ ਸੀ ਨਾ, ਗੁਰੂ ਸਾਹਿਬ ਨੇ ਇੱਕੋ ਹੀ ਮਿਹਰ ਦੀ ਦ੍ਰਿਸ਼ਟੀ ਨਾਲ ਜਗਾ ਦਿੱਤਾ ਜੀ ਉਹਨੂੰ ਜੀ। ਕਿੰਨੀ ਵੱਡੀ ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਜੀ। ਹਾਂਜੀ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂ ਦਾ ਸੁੱਤਾ ਹੋਇਆ ਬੰਦਾ ਜਾਗ ਜਾਂਦਾ ਜਿਹਨੂੰ ਨਾਮ ਦੀ ਦਾਤ ਮਿਲਦੀ। ਮੈਂ ਫਿਰ ਬੇਨਤੀ ਕਰਾਂ, ਕਿਉਂਕਿ ਇੱਥੇ ਕਹਿਣਾ ਬਹੁਤ ਜ਼ਰੂਰੀ ਹੈ। ਆਪਣੇ ਵੱਲੋਂ ਅਸੀਂ ਗੁਰਮੰਤਰ ਜਾਪ ਜਪਦੇ ਹਾਂ, ਮੂਲ ਮੰਤਰ ਜਪਦੇ ਹਾਂ। ਆਪਣੇ ਵੱਲੋਂ ਹਰ ਬੰਦਾ ਸੱਚਾ ਹੈ। ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ, ਮੇਰੇ ਤੋਂ ਵੱਡਾ ਕਥਾਵਾਚਕ ਕੋਈ ਨਹੀਂ,
ਮੇਰੇ ਤੋਂ ਵੱਡਾ ਧਾਰਮਿਕ ਸਿਆਣਾ ਬੰਦਾ ਕੋਈ ਨਹੀਂ। ਪਰ ਚੇਤਾ ਰੱਖਿਓ, ਨਾਮ ਉਸ ਦਿਨ ਮਿਲਦਾ ਤੇ ਜਿਸ ਦਿਨ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ ਦਿੰਦੇ ਹਨ। ਜਦੋਂ ਮਹਾਰਾਜ ਬਖਸ਼ਦੇ ਆ ਨਾ, ਫਿਰ ਨਾਮ ਨਹੀਂ ਤੇ ਵਿਸਰਦਾ, ਫਿਰ ਨਾਮ ਚੱਲਦਾ ਹੀ ਰਹਿੰਦਾ ਹੈ ਜੀ। ਨਾਮ ਚੱਲਦਾ ਰਹਿੰਦਾ ਨੌਨ ਸਟਾਪ। ਜਿਵੇਂ ਕੋਈ ਚੀਜ਼ ਚੱਲਦੀ ਹੈ ਨਾ, ਉਵੇਂ ਨਾਮ ਚੱਲਦਾ ਬੰਦੇ ਦੇ ਅੰਦਰ ਜੀ। ਭਾਈ ਬਹੌੜੇ ਤੇ ਮਿਹਰ ਕੀਤੀ, ਕਿਣਕਾ ਦੇ ਦਿੱਤਾ ਜੀ ਮਹਾਰਾਜ ਨੇ ਜੀ। ਹਾਂਜੀ। ਭਾਇਓ ਬਹੌੜਾ ਬਹੁਤ ਨਿਹਾਲ, ਜਨਮਾਂ ਜਨਮਾਂ ਦਾ ਸੁੱਤਾ ਅੰਦਰ ਜਾਗ ਗਿਆ। ਕਵੀ ਜੀ ਲਿਖਦੇ ਆ, ਕਹਿੰਦੇ ਭਾਈ ਬਹੌੜਾ ਜੀ ਬਹੁਤੇ ਹੀ ਨਿਹਾਲ ਹੋ ਗਏ ਜੀ। ਭਾਇਓ ਬਹੌੜਾ ਬਹੁਤ ਨਿਹਾਲ, ਬਹੁਤੇ ਹੀ ਨਿਹਾਲ ਹੋ ਗਏ। ਨਾਮ ਦੀ ਬਖਸ਼ਿਸ਼ ਹੀ ਇਹੋ ਜਿਹੀ ਹੈਗੀ ਆ ਸਾਧ ਸੰਗਤ ਦੀ। ਹਾਂਜੀ। ਨਿਕਟ ਬੁਲਾਇਓ ਗੁਰੂ ਕਿਰਪਾਲ, ਕਿਰਪਾਲੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਪਣੇ ਕੋਲ ਸੱਦਿਆ ਜੀ। ਵੇਖਿਆ ਹੁਣ ਭਾਈ ਬਹੌੜੇ ਦੀ ਗੱਲ ਬਣ ਗਈ ਹੈ, ਮਿਹਰ ਹੋ ਗਈ ਹੈ ਭਾਈ ਬਹੌੜੇ ਦੇ ਉੱਤੇ। ਹਾਂਜੀ। ਕਹਿਓ ਅਬ ਤੂੰ ਗ੍ਰਹਿ ਕੋ ਜਾਵੋ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਅੰਦਰ ਦੀ ਵਸਤੂ ਮਿਲ ਜਾਵੇ ਨਾ, ਫਿਰ ਬੰਦੇ ਨੂੰ ਟਿਕਾ, ਕੁਝ ਸਮਾਂ ਟਿਕਾ ਚਾਹੀਦਾ ਹੈ ਜੀ। ਮੈਂ ਇਹ ਤਾਂ ਬੇਨਤੀ ਕਰ ਰਿਹਾ, ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹਨਾਂ ਨੂੰ ਜਦੋਂ ਨਾਮ ਦੀ ਬਖਸ਼ਿਸ਼ ਪ੍ਰਾਪਤ ਹੋਈ ਨਾ, ਉਹ ਸੰਗੀਆਂ ਨੂੰ ਕਹਿੰਦੇ ਸਨ, ਉਹ ਕਹਿੰਦੇ ਸਨ ਹੁਣ ਨਾ ਬਸ ਚੌਂਕੜੀ ਮਾਰ ਕੇ ਨਾਮ ਜਪਣ ਨੂੰ ਹੀ ਜੀ ਕਰਦਾ, ਹੋਰ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ। ਇਹ ਵੀ ਅਵਸਥਾ ਬਣਦੀ ਹੈ। ਮਹਾਰਾਜ ਕਹਿੰਦੇ ਭਾਈ ਬਹੌੜੇ ਹੁਣ ਤੂੰ ਘਰ ਚਲੇ ਜਾ। ਹਾਂਜੀ। ਔਰ ਆਨੰਦ ਕਰ ਹਰ ਗੁਣ ਗਾਵੋ, ਐ ਹਿਰਦੇ ਚ ਆਨੰਦ ਧਾਰਨ ਕਰ ਤੇ ਘਰ ਬੈਠ ਕੇ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਜਪ ਕਹਿਣ ਲੱਗੇ, ਪਰਮੇਸ਼ਰ ਦੇ ਗੁਣਾਂ ਦਾ ਗਾਣ ਕਰ। ਕਿਉਂ? ਬਖਸ਼ਿਸ਼ ਦੇ ਦਿੱਤੀ ਨਾ, ਅੰਦਰ ਨਾਮ ਰੱਖ ਦਿੱਤਾ ਗੁਰੂ ਜੀ ਨੇ। ਹਾਂਜੀ। ਕਾਲ ਬਿਤਾਵੋ ਮਿਲ ਸਤ ਸੰਗ, ਸੰਗਤ ਚ ਜ਼ਰੂਰ ਜਾਈ, ਮਹਾਰਾਜ ਕਹਿਣ ਲੱਗੇ। ਬਸ ਇਸ ਗੱਲ ਦਾ ਧਿਆਨ ਰੱਖਿਓ, ਥੋੜੀ ਜੀ ਬਖਸ਼ਿਸ਼ ਹੋਵੇ, ਬੰਦਾ ਸੰਗਤ ਤੋਂ ਪਰਾਂ ਹਟ ਜੇ ਨਾ, ਅੰਦਰ ਹਉਮੈ ਦੀ ਮੈਲ ਉਹਨੂੰ ਵੀ ਚਿੰਬੜ ਜਾਂਦੀ ਜੇ, ਵੀ ਮੇਰੇ ਤੇ ਨਾਮ ਦੀ ਬਖਸ਼ਿਸ਼ ਹੋ ਗਈ। ਬਾਹਰ ਕਹਿੰਦੇ ਹੁਣ ਘਰ ਜਾ, ਘਰ ਜਾ ਕੇ ਨਾਮ ਜਪ, ਪਰ ਚੇਤਾ ਰੱਖ ਸੰਗਤ ਜ਼ਰੂਰ ਕਰੀ, ਕਹਿਣ ਲੱਗੇ। ਹਾਂਜੀ। ਪ੍ਰੇਮਾ ਭਗਤ ਬਿਖੈ ਮਨ ਰੰਗ, ਪ੍ਰੇਮਾ ਭਗਤੀ ਵਿੱਚ ਆਪਣੇ ਮਨ ਨੂੰ ਰੰਗ ਲੈ ਹੁਣ ਚੰਗੀ ਤਰ੍ਹਾਂ। ਖੂਬ ਜਪ ਨਾਮ, ਮਹਾਰਾਜ ਕਹਿੰਦੇ ਭੰਡਾਰੇ ਭਰ ਲਾ ਨਾਮ ਦੇ। ਕਰੀ ਬਹੌੜੇ ਪੁਨ ਅਰਦਾਸ, ਭਾਈ ਬਹੌੜਾ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਇਹ ਉਹ ਸਿੱਖ ਕਰ ਰਿਹਾ ਜਿਹਨੂੰ ਨਾਮ ਦੀ ਦਾਤ ਮਿਲ ਚੁੱਕੀ ਹੈ ਜੀ। ਹਾਂਜੀ। ਸ਼੍ਰੀ ਸਤਿਗੁਰ ਮੈਂ ਰਾਵਰ ਦਾਸ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਵਿਅਕਤੀ ਜਿੰਨਾ ਮਹਾਨ ਹੁੰਦਾ ਜਾਏਗਾ ਨਾ, ਓਨੀ ਉਹਦੇ ਅੰਦਰ ਨਿਮਰਤਾ ਵੱਧਦੀ ਜਾਏਗੀ ਜੀ। ਜਿੰਨਾ ਆਕੜੂ ਹੋਏਗਾ, ਸਮਝ ਲਿਓ ਅਜੇ ਗੱਲ ਨਹੀਂ ਬਣੀ ਜੀ। ਭਾਈ ਬਹੌੜਾ ਜੀ ਵਿੱਚ ਬਹੁਤੀ ਨਿਮਰਤਾ ਆ ਗਈ। ਭਾਈ ਬਹੌੜਾ ਜੀ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਮੈਂ ਤੇ ਆਪ ਜੀ ਦਾ ਸੇਵਕ ਹਾਂ, ਦਾਸ ਹਾਂ। ਕੌਣ ਜੀਵ ਕਾ ਕੋ ਮੈਂ ਕਰੂੰ, ਹੁਣ ਮੈਨੂੰ ਹੁਕਮ ਕਰੋ, ਮੈਂ ਕਿਹੜਾ ਕੰਮ ਕਰਾਂ। ਵੇਖੋ ਮੇਰੀ ਬੇਨਤੀ 'ਚ ਸਾਧ ਸੰਗਤ ਇੱਕ ਇੱਕ ਗੱਲ ਧਿਆਨ ਮੰਗਦੀ, ਇਹ ਕੇਵਲ ਸਾਖੀ ਨਾ ਜਾਣਿਓ, ਇਹ ਉਹ ਗੁਰਮੁਖ ਬੋਲ ਰਿਹਾ ਜਿਹਨੂੰ ਪ੍ਰਾਪਤੀ ਹੋ ਚੁੱਕੀ ਹੈ ਜੀ। ਆਪ ਹੁਦਰੀ ਨਹੀਂ ਕੀਤੀ। ਇਹ ਨਹੀਂ ਵੀ ਹੁਣ ਨਾਮ ਦੀ ਦਾਤ ਮਿਲ ਗਈ ਹੈ, ਹੁਣ ਮੈਨੂੰ ਕੀ ਲੋੜ ਹੈਗੀ ਹੈ ਕੁਝ ਕਰਨ ਦੀ। ਮਹਾਰਾਜ ਨੂੰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਵਾਸਤੇ ਕੰਮ ਕਰਨਾ ਹੈ। ਮਹਾਰਾਜ ਹੁਣ ਮੈਂ ਕਿਹੜਾ ਕੰਮ ਕਰਾਂ ਸੱਚੇ ਪਾਤਸ਼ਾਹ। ਹਾਂਜੀ। ਜਿਸ ਤੇ ਭਵ ਜਲ ਦੁਸ਼ਤਰ ਤਰੋਂ, ਮਹਾਰਾਜ ਜਿਹਦੇ ਨਾਲ ਮੈਂ ਭਵ ਜਲ ਤੋਂ ਵੀ ਤਰ ਜਾਵਾਂ। ਵੇਖੋ ਕਿਰਤ ਵੀ ਕਰੋ, ਪਰ ਉਹ ਕਰੋ
ਜਿਹਦੇ ਨਾਲ ਭਵਜਲ ਤੋਂ ਪਾਰ ਉਤਾਰਾ ਬੰਦੇ ਦਾ ਹੋ ਸਕੇ। ਤੁਸੀਂ ਕਹੋਗੇ ਇਹਦੇ 'ਚ ਫਰਕ ਹੈ? ਬਿਲਕੁਲ ਫਰਕ ਹੈ। ਕਿਵੇਂ? ਕਹਿਣ ਨੂੰ ਤੇ ਉਹ ਵੀ ਕੰਮ ਕਰਦੇ ਆ ਜਿਹੜਾ ਬੱਕਰਾ ਟੰਗਿਆ ਹੁੰਦਾ, ਸਾਰੀ ਦਿਹਾੜੀ ਵੱਢੀ ਜਾਂਦੇ, ਵੇਚੀ ਜਾਂਦੇ, ਉਹ ਵੀ ਤੇ ਕੰਮ ਹੀ ਹੈ ਨਾ। ਪਰ ਉਹ ਕੰਮ ਕਰਕੇ ਬੰਦਾ ਭਵਜਲ ਤੋਂ ਤਰ ਜਾਏਗਾ ਜੀ। ਸਤਨਾ ਕਸਾਈ ਜੀ, ਕਸਾਈ ਪਹਿਲਾਂ ਸਨ, ਜਦੋਂ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਉਦੋਂ ਉਹ ਕਸਾਈ ਨਹੀਂ ਸੀ ਰਹੇ ਜੀ। ਇਸ ਕਰਕੇ ਕਹਿੰਦੇ ਮਹਾਰਾਜ ਮੈਨੂੰ ਉਹ ਕਿਰਤ ਦੱਸੋ ਜਿਹਨੂੰ ਕਰਦਾ ਕਰਦਾ ਮੈਂ ਭਵਜਲ ਤੋਂ ਤਰ ਜਾਵਾਂ। ਜਿਸ ਮਹਿ ਦੋਸ਼ ਨਾ ਲੱਗੈ ਕੋਈ, ਜਿਸ ਕੰਮ ਕਰਦਿਆਂ ਨੂੰ ਦੋਸ਼ ਨਾ ਲੱਗੇ ਕੋਈ, ਦੋਸ਼ ਨਾ ਲੱਗੇ। ਸੰਸਾਰ 'ਚ ਕੰਮ ਕਰਦਿਆਂ ਵੀ ਸਾਧ ਸੰਗਤ ਜੀ ਬੰਦੇ ਨੂੰ ਦੋਸ਼ ਲੱਗ ਜਾਂਦਾ ਜੀ। ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿੰਦੇ ਮੈਂ ਪੈਟਰੋਲ ਪੰਪ ਤੇ ਕੰਮ ਕਰਦਾ, ਸਰਦਾਰ ਸੀ ਬੰਦਾ, ਤੇ ਜਿਹੜਾ ਪੈਟਰੋਲ ਪੰਪ ਤੇ ਕੰਮ ਕਰਦਾ ਉਹਨੂੰ ਬੀੜੀਆਂ ਸਿਗਰਟਾਂ ਵੀ ਉੱਥੇ ਵੇਚਣੀਆਂ ਪੈਂਦੀਆਂ ਵਿਦੇਸ਼ਾਂ 'ਚ। ਹੁਣ ਇਹ ਤੇ ਬਿਲਕੁਲ ਹੀ ਉਲਟ ਕੰਮ ਹੈ ਨਾ ਗੁਰਮਤਿ ਤੋਂ। ਭਾਈ ਬਹੌੜਾ ਜੀ ਕਹਿੰਦੇ ਮਹਾਰਾਜ ਉਹ ਕੰਮ ਦੱਸੋ ਜਿਹਦੇ ਨਾਲ ਮੈਨੂੰ ਦੋਸ਼ ਨਾ ਲੱਗੇ। ਹਾਂਜੀ। ਅਬ ਰਾਵਰ ਆਗਿਆ ਦਿਓ ਸੋਈ, ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਕਿਹੜਾ ਕੰਮ ਕਰਾਂ ਜਾ ਕੇ। ਸ਼੍ਰੀ ਅਰਜਨ ਸੁਨ ਗਿਰਾ ਉਚਾਰੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਪਰਮੇਸ਼ਰ, ਆਪ ਰੱਬ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਜੀ। ਤਿਆਗੋ ਕੁਲ ਕੀ ਕਿਰਤ ਕੁਕਾਰੀ। ਮਹਾਰਾਜ ਕਹਿਣ ਲੱਗੇ ਤੂੰ ਕਹਿਣਾ ਸੈਂ ਕਿ ਮੇਰੀ ਕੁਲ 'ਚ ਹੀ ਹੈਗਾ ਹੇਰਾ ਫੇਰੀ ਕਰਨੀ, ਹੇਰਾ ਫੇਰੀ ਕਰਨੀ ਛੱਡ ਦੇ, ਬਾਕੀ ਕੰਮ ਦੀ ਕੋਈ ਗੱਲ ਨਹੀਂ ਹੈਗੀ। ਹਾਂਜੀ। ਮਮ ਹਿਤ ਗ੍ਰਹਿ ਮੈਂ ਲੰਗਰ ਕੀਜੈ, ਚੋਰੀ ਕਰਨ ਦੀ ਖੋਟੀ ਕਾਰ ਨੂੰ ਛੱਡ ਦੇ ਕਹਿਣ ਲੱਗੇ। ਚੇਤਾ ਰੱਖੋ ਰਿਸ਼ਵਤ ਬੰਦਾ ਲੈਂਦਾ, ਭਾਵੇਂ 1 ਰੁਪਈਆ ਵੀ ਲੈ ਰਿਹਾ, ਉਹ ਖੋਟੀ ਕਾਰ ਹੀ ਹੈਗੀ ਜੀ। ਸਾਡੇ ਨਾਲ ਪ੍ਰੇਮ ਧਾਰ ਕੇ ਨਾ ਆਪਣੇ ਘਰ 'ਚ ਲੰਗਰ ਲਾ ਕਹਿਣ ਲੱਗੇ। ਹਾਂਜੀ। ਆਏ ਸ਼ੁੱਧਿਤ ਨਰ ਤਿਨ ਕੋ ਦੀਜੈ, ਕੋਈ ਭੁੱਖਾ ਆਵੇ ਉਹਨੂੰ ਦੁਰਕਾਰੀ ਨਾ, ਉਹਨੂੰ ਲੰਗਰ ਦੇ ਦੇਈ ਕਹਿਣ ਲੱਗੇ। ਭੁੱਖੇ ਨੂੰ ਜਾਣ ਨਾ ਦਈ। ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਪੱਟੀ ਪੜਾ ਜਿੱਥੇ ਉਹਨਾਂ ਦਾ, ਉੱਥੇ ਲੰਗਰ ਤਿਆਰ ਕਰਕੇ ਛਕਾ ਰਹੇ ਸਨ। ਇੱਕ ਭੁੱਖਾ ਵਿਅਕਤੀ ਆਇਆ, ਉਹਨੇ ਕਿਹਾ ਮੈਨੂੰ ਪ੍ਰਸ਼ਾਦਾ ਚਾਹੀਦਾ। ਲਾਂਗਰੀ ਨੇ ਕਿਹਾ ਅਰੇ ਭੋਗ ਨਹੀਂ ਲੱਗਾ ਤੇ ਅਜੇ ਨਹੀਂ ਤੈਨੂੰ ਮਿਲਣਾ। ਉਹਨੂੰ ਭੁੱਖ ਬਹੁਤ ਲੱਗੀ ਸੀ, ਅੱਗੇ ਜਾਣਾ ਸੀ ਉਹਨੇ। ਉਹ ਇਹ ਗੱਲ ਬਾਬਾ ਸੋਹਣ ਸਿੰਘ ਜੀ ਦੇ ਕੰਨ 'ਚ ਪੈ ਗਈ। ਉਹ ਕਹਿਣ ਲੱਗੇ ਤੂੰ ਭੋਗ ਲਵਾ ਕੇ ਕੀ ਕਰਨਾ? ਧਿਆਨ ਨਾਲ ਸੁਣਿਓ। ਕਹਿੰਦੇ ਇਹ ਭੁੱਖਾ ਹੈ, ਇਹ ਵਾਪਸ ਚਲੇ ਗਿਆ ਤੇ ਗੁਰੂ ਸਾਹਿਬ ਨੇ ਤੇਰੇ ਵੱਲੋਂ ਛਕਾਇਆ ਪ੍ਰਸ਼ਾਦਾ ਛਕਣਾ ਨਹੀਂ। ਉਹ ਕਹਿਣ ਲੱਗੇ ਪਹਿਲਾਂ ਭੁੱਖੇ ਨੂੰ ਛਕਾ ਦੇ, ਮਰਿਆਦਾ ਕਰਨੀ ਹੈ, ਅਰਦਾਸ ਕਰ, ਸ੍ਰੀ ਸਾਹਿਬ ਭੇਟ ਕਰ, ਇਹਨੂੰ ਛਕਾ, ਛੇਤੀ ਛਕਾ। ਭੁੱਖਾ ਬੰਦਾ ਵਾਪਸ ਨਹੀਂ ਜਾਣਾ ਚਾਹੀਦਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਬਹੌੜੇ ਭੁੱਖੇ ਨੂੰ ਵਾਪਸ ਨਹੀਂ ਜਾਣ ਦੇਣਾ। ਹਾਂਜੀ। ਮਮ ਸਿੱਖੀ ਕੋ ਸਦਾ ਕਮਾਵੋ, ਸਾਡੀ ਇਸ ਸਿੱਖਿਆ ਨੂੰ ਸਦਾ ਹੀ ਕਮਾਉਣਾ ਕਰ। ਤਨ ਤੇ ਹੰਤਾ ਬੁੱਧ ਉਠਵਾਓ, ਹੌਲੀ ਹੌਲੀ ਤੇਰੇ ਸਰੀਰ ਦੀ ਹਉਮੈ ਵੀ ਛੁੱਟ ਜਾਏਗੀ। ਹਾਂਜੀ। ਸੁਖ ਦੁਖ ਮੈਂ ਮਾਨੋ ਪ੍ਰਭ ਭਾਣਾ, ਸੁਖ ਹੋਵੇ ਦੁਖ ਹੋਵੇ ਭਾਈ ਬਹੌੜੇ ਵਾਹਿਗੁਰੂ ਦਾ ਭਾਣਾ ਮੰਨਣਾ ਹੈ। ਰਹੋ ਹਰਖ ਜੁਤ ਸਦਾ ਨਿਮਾਣਾ, ਹਾਂ ਹਰਖ ਜੁਤ ਰਹਿਣਾ, ਰਹਿਣਾ ਪ੍ਰਸੰਨ ਹੈ ਪਰ ਰਹਿਣਾ ਨਿਮਾਣੇ ਹੈ। ਨੀਵੇਂ ਹੋ ਕੇ ਰਹਿਣਾ, ਮਿੱਠਾ ਬੋਲਣ, ਨਿਭ ਚੱਲਣ, ਨੀਵੇਂ ਹੋ ਕੇ ਰਹਿਣਾ। ਹਾਂਜੀ। ਸੱਚੀ ਗੱਲ 'ਚ ਉੱਚਾ ਹੋਣਾ ਸੌਖਾ 'ਚ ਨੀਵੇਂ ਹੋਣਾ ਬੜਾ ਔਖਾ ਹੈਗਾ ਜੀ। ਮਨੋਂ ਨੀਵੇਂ ਹੋਣਾ ਬਹੁਤ ਔਖਾ ਹੈਗਾ ਜੀ, ਉੱਚਾ ਹੋਣਾ ਬਹੁਤ ਸੌਖਾ ਹੈਗਾ ਜੀ।
ਚਾਰ ਬੰਦੇ ਮਗਰ ਲਾ ਕੇ ਤੁਰੇ ਫਿਰੋ, ਬਣ ਜਾਓ ਉੱਚੇ ਜਿੰਨੇ ਬਣਦਾ, ਮਨੋਂ ਨੀਵੇਂ ਹੋਣਾ ਬਹੁਤ ਔਖਾ ਹੈਗਾ ਜੀ। ਮਹਾਰਾਜ ਕਹਿੰਦੇ ਹੋਏ ਨਿਮਾਣਾ ਜਗ ਰਹੋ, ਨਿਮਾਣਾ ਹੋ ਕੇ ਰਹੀ ਕਹਿਣ ਲੱਗੇ। ਅਰਦਾਸ ਕਰੋ ਜੀ ਮਹਾਰਾਜ, ਜੋ ਤੁਸੀਂ ਭਾਈ ਬਹੌੜਾ ਜੀ ਨੂੰ ਕਹਿ ਰਹੇ ਹੋ ਸੱਚੇ ਪਾਤਸ਼ਾਹ ਅਸੀਂ ਵੀ ਕਮਾਇਆ ਕਰੀਏ। ਇੱਕ ਸਿੱਖਿਆ ਵੀ ਕਮਾ ਲਈ ਨਾ, ਪਾਰ ਉਤਾਰਾ ਹੋ ਜਾਣਾ ਸਾਡਾ। ਹਾਂਜੀ, ਸੁਨ ਸਤਿਗੁਰ ਕੀ ਸੀਖ ਸੁਖਾਰੀ। ਭਾਈ ਬਹੌੜਾ ਜੀ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ, ਸੁਖ ਦੇਣ ਵਾਲੀ ਸਿੱਖਿਆ ਸੁਣੀ। ਗ੍ਰਹਿ ਗਮਨਿਓ ਕੀਨਸ ਉਰ ਧਾਰੀ। ਭਾਈ ਬਹੌੜਾ ਜੀ ਆਪਣੇ ਘਰ ਨੂੰ ਤੁਰ ਪਏ ਜੀ। ਹਾਂਜੀ, ਸਦਾ ਆਨੰਦ ਬਿਲੰਦ ਨਿਮੰਗਨ। ਹਰ ਰੋਜ਼ ਅੰਮ੍ਰਿਤ ਵੇਲੇ ਮਾਰਨਾ ਚੌਂਕੜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਜਨ ਵਿੱਚ ਮਗਨ ਹੋ ਜਾਣਾ ਜੀ। ਗੁਰ ਚਰਨਨ ਕੀ ਲਾਗੀ ਲਗਨ। ਭਾਈ ਬਹੌੜਾ ਜੀ ਦੇ ਮਨ ਵਿੱਚ ਸਤਿਗੁਰੂ ਜੀ ਦੇ ਚਰਨਾਂ ਦੀ ਲਗਨ ਲੱਗ ਗਈ ਜੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਦਾ ਜਪਦੇ ਰਹਿਣਾ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ, ਦੋਹਰਾ ਇਸ ਵਿਧ ਜਿਤ ਕੋ ਜਾਤ ਹੈ, ਮਿਲੈ ਸੋ ਹੋਤ ਨਿਹਾਲ। ਕਹਿੰਦੇ ਇਸ ਤਰੀਕੇ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਸ ਪਾਸੇ ਵੀ ਜਾਣ ਕਰੀ ਜਾਣ ਨਿਹਾਲ ਸਾਰਿਆਂ ਨੂੰ ਜੀ। ਵੇਖੋ ਨਾ ਜੀ, ਜਿਹਨੂੰ ਨਾਮ ਦੀ ਦਾਤ ਹੀ ਮਿਲ ਗਈ ਉਹਨੂੰ ਹੋਰ ਕੀ ਚਾਹੀਦਾ ਹੈ ਜੀ। ਆਨ ਬਿਰਾਜੈ ਸੁਧਾ ਸਰ, ਚਾਹਤ ਚਿਨਾਵਨ ਤਾਲ। ਮਹਾਰਾਜ ਫਿਰ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਗਏ ਜੀ। ਉਹ ਭਾਈ ਬਹੌੜਾ ਜੀ ਵੀ ਆ ਕੇ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਕਰਦੇ ਰਹੇ ਜੀ, ਬੜੇ ਪਿਆਰ ਨਾਲ ਸੇਵਾ ਕਰਦੇ ਰਹੇ ਜੀ। ਹਾਂਜੀ, ਸ਼੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਇਓ ਉਪਦੇਸ਼। ਸ਼੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਇਓ ਉਪਦੇਸ਼। ਮਹਾਰਾਜ ਇਸ ਤਰੀਕੇ ਨਾਲ ਭਲਾ ਉਪਦੇਸ਼ ਦੇ ਕੇ ਸਭ ਨੂੰ ਸਿੱਖ ਬਣਾ ਰਹੇ। ਭਾਈ ਵਾਹਿਗੁਰੂ ਦਾ ਨਾਮ ਜਪੋ, ਜਿਹੜਾ ਨਾਮ ਜਪਣ ਲੱਗ ਪਿਆ ਉਹ ਸਿੱਖੀ ਤੋਂ ਪਰਾਂ ਨਹੀਂ ਹੋ ਸਕਦਾ ਜੀ। ਕੋਈ ਕਿਸੇ ਵੀ ਧਰਮ ਦਾ ਹੋਵੇ, ਜਿਹੜਾ ਨਾਮ ਜਪਣ ਲੱਗ ਪਿਆ ਉਹ ਸਿੱਖੀ ਨੂੰ ਕਦੀ ਗਲਤ ਨਹੀਂ ਕਹਿ ਸਕਦਾ ਜੀ। ਆ ਵੇਖ ਲਓ ਮੋਰਚੇ 'ਚ ਕਿਵੇਂ ਸਾਰੇ ਸਿੱਖੀਆਂ ਨੂੰ ਬਿਲਕੁਲ ਸਹੀ ਠਹਿਰਾ ਰਹੇ ਨੇ। ਮਹਾਰਾਜ ਨੇ ਬੇਅੰਤਾਂ ਨੂੰ ਸਿੱਖ ਬਣਾਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਸਿਮਰਤ ਹੈ ਸਤਨਾਮ ਕੋ, ਮੇਟਤ ਸਕਲ ਕਲੇਸ਼। ਪ੍ਰੇਮੀ ਸਿੱਖ ਆਮਦੇ ਨੇ, ਸਤਨਾਮ ਪਰਮੇਸ਼ਰ ਦਾ ਨਾਮ ਜਪਦੇ ਹਨ, ਮਹਾਰਾਜ ਉਹਨਾਂ ਦੇ ਕਲੇਸ਼ ਦੂਰ ਕਰੀ ਜਾ ਰਹੇ ਨੇ। ਹਾਂਜੀ, ਚੌਪਈ ਸੁਨ ਸੁਨ ਸ਼੍ਰੀ ਅਰਜਨ ਕੀ ਕੀਰਤ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਜਸ ਵੱਧ ਗਿਆ ਜੀ, ਬੜਾ ਜਸ ਵਧਿਆ। ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਇੱਕੋ ਗੱਲ ਹੀ ਕਹਿਣ, ਜਪਿਓ ਜਿਨੇ ਅਰਜਨ ਦੇਵ ਗੁਰੂ, 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 ਫਿਰ ਸੰਕਟ ਜੋਨ ਗਰਭ ਨਾ ਆਇਓ। ਸਿੱਖ ਕਹਿਣ ਆਸੇ ਪਾਸੇ, ਉਹ ਭਾਈ ਜਿਹੜਾ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਦੁੱਖ ਹੀ ਕੱਟੇ ਜਾਂਦੇ ਆ, ਉਹਦੇ ਤੇ ਮਿਹਰਾਂ ਬੜੀਆਂ ਹੁੰਦੀਆਂ ਨੇ। ਸੋ ਮਹਾਰਾਜ ਦੀ ਕੀਰਤੀ ਨਿਤ ਪ੍ਰਤ ਹੋਤ ਅਧਿਕ ਵਿਸਤੀਰਤ। ਹਰ ਰੋਜ਼ ਹੀ ਵਧੇ, ਹਰ ਰੋਜ਼ ਹੀ ਵਧੇ, ਨਿਤਾ ਪ੍ਰਤੀ ਵੱਧਦੀ ਜਾਵੇ ਮਹਾਰਾਜ ਦੀ ਕੀਰਤੀ। ਹਾਂਜੀ, ਸ਼੍ਰੀ ਗੁਰ ਅਮਰਦਾਸ ਕੇ ਆਗੇ, ਭਏ ਜੋ ਸਿੱਖ ਮਹਾ ਬੜ ਭਾਗੇ। ਧੰਨ ਗੁਰੂ ਅਮਰਦਾਸ ਜੀ ਦੇ ਵੇਲੇ ਕਈ ਪ੍ਰੇਮੀ ਸਿੱਖਾਂ ਨੇ ਸਿੱਖੀ ਧਾਰਨ ਕੀਤੀ ਸੀਗੀ ਜੀ। ਹਾਂਜੀ, ਅਰ ਸ਼੍ਰੀ ਰਾਮਦਾਸ ਤੇ ਕੇਈ। ਫਿਰ ਕਈਆਂ ਨੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕੋਲੋਂ ਸਿੱਖੀ ਧਾਰਨ ਕੀਤੀ ਜੀ। ਪਾਏ ਸੁਮਤ ਹੋਏ ਸਿੱਖ ਜੇਈ। ਜਿਹੜੇ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣੇ ਸਨ, ਕਈ ਗੁਰੂ ਰਾਮਦਾਸ ਜੀ ਦੇ ਵੇਲੇ ਸਿੱਖ ਬਣੇ ਸਨ। ਹਾਂਜੀ, ਸ਼੍ਰੀ ਅੰਮ੍ਰਿਤਸਰ ਕੀ ਸੁਨਕਾਰ। ਜਦੋਂ ਉਹਨਾਂ ਨੇ ਸੁਣਿਆ ਕਿ ਮਹਾਰਾਜ ਅੰਮ੍ਰਿਤਸਰ ਦਾ ਸਰੋਵਰ ਬਣਾ ਰਹੇ ਹਨ,
ਜਿਹੇ ਸੇਵੇ ਫਲ ਪਾਏ ਉਦਾਰ। ਤੇ ਉਸ ਸੇਵਾ ਵਿੱਚ ਜਿਹੜਾ ਹਿੱਸਾ ਪਾ ਰਿਹਾ ਉਹਨੂੰ ਬਖਸ਼ਿਸ਼ਾਂ ਬੜੀਆਂ ਮਿਲ ਰਹੀਆਂ ਨੇ, ਉਹਦੇ ਤੇ ਮਿਹਰ ਬੜੀ ਹੋ ਰਹੀ ਹੈ। ਹਾਂਜੀ, ਸੋ ਆਵਤ ਸਭ ਘਰ ਕੋ ਤਿਆਗੇ। ਉਹ ਵੀ ਆਪਣਾ ਘਰ ਬਾਹਰ ਛੱਡ ਕੇ ਸੇਵਾ ਵਿੱਚ ਹੀ ਆ ਰਹੇ ਨੇ ਜੀ। ਹਾਂਜੀ, ਖਨ ਹੈ ਮਿਰਤਕਾ ਸੇਵਾ ਲਾਗੇ। ਆਉਂਦਿਆਂ ਹੀ ਬਸ ਮਿੱਟੀ ਪੁੱਟਣ ਵਿੱਚ ਲੱਗ ਜਾਂਦੇ ਜੀ। ਭਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਦਾ ਸਦਾ ਵਰਤ ਲਾਇਆ ਇੱਥੇ। ਕੇਤਿਕ ਕਰਹਿ ਪਜਾਵਨਕਾਰ। ਹਾਂਜੀ। ਮਾਟੀ ਚੀਕਨ ਲਹੇ ਸੁਧਾਰ। ਹਾਂ, ਹੁਣ ਅਗਲੀ ਸੇਵਾ ਸ਼ੁਰੂ ਹੋ ਗਈ ਜੀ। ਉਹ ਕੀ? ਸਰੋਵਰ 'ਚ ਪੌੜੀਆਂ ਬਣਨੀਆਂ, ਪੌੜੀਆਂ ਤੇ ਇੱਟਾਂ ਲੱਗਣੀਆਂ ਨੇ। ਹਾਂਜੀ, ਤੇ ਕਈ ਫਿਰ ਇੱਟਾਂ ਤਿਆਰ ਕਰਾਉਣ ਵਾਸਤੇ ਆਵਿਆਂ ਦੀ ਵੀ ਸੇਵਾ ਕਰ ਰਹੇ ਨੇ ਜੀ। ਹਾਂਜੀ, ਹੁਣ ਵਾਲੀ ਜਨਰੇਸ਼ਨ ਨੂੰ ਆਵਿਆਂ ਦਾ ਨਹੀਂ ਪਤਾ ਲੱਗਣਾ ਵੀ ਆਵੇ ਕੀ ਹੈ, ਤੇ ਪੁਰਾਣਿਆਂ ਨੂੰ ਪਤਾ ਆਵੇ ਕੀ ਹੈ ਜੀ। ਹਾਂਜੀ, ਆਵਿਆਂ ਦਾ ਕਾਰ ਵਿਹਾਰ ਵੀ ਕਰਦੇ ਕਈ ਜੀ। ਹਾਂਜੀ, ਸੰਚੇ ਮਹਿ ਈਟਕਾਂ ਢਾਰੇ। ਉਹ ਸੁਧਾਰ ਕੇ ਮਿੱਟੀ ਨੂੰ ਚੀਕਣੀ ਬਣਾਉਂਦੇ ਹੈ। ਹਾਂਜੀ, ਫਿਰ ਸੰਚਿਆਂ ਵਿੱਚ ਇੱਟਾਂ ਨੂੰ ਢਾਲਦੇ ਹੈ। ਹਾਂਜੀ, ਸ਼ੁਸ਼ਕ ਕਰਨ ਕੋ ਇਤ ਉਤ ਧਾਰੈ। ਫਿਰ ਉਹਨੂੰ ਸੁਕਾਉਣ ਵਾਸਤੇ ਇੱਟਾਂ ਸੁੱਕ ਜਾਣ, ਆਵਾ ਪੱਕ ਜਾਵੇ, ਉਹਦੇ ਵਾਸਤੇ ਇੱਧਰ ਉੱਧਰ ਜਾਂਦੇ ਹੈ। ਹਾਂਜੀ, ਕੇਤਿਕ ਸਿਰ ਧਰ ਢੋਵਨ ਕਰਹੀ। ਕਈ ਫਿਰ ਇੱਟਾਂ ਨੂੰ ਸਿਰ ਤੇ ਢੋਣ ਦੀ ਵੀ ਸੇਵਾ ਕਰ ਰਹੇ ਨੇ। ਹਾਂਜੀ, ਜਹਾਂ ਪਜਾਵੇ ਤਹ ਲੈ ਧਰਹੀ। ਜਿੱਥੇ ਪਹੁੰਚਾਉਣੀਆਂ ਹੁੰਦੀਆਂ ਨੇ ਉੱਥੇ ਪਹੁੰਚਾਉਂਦੇ ਆ ਜੀ ਇੱਟਾਂ ਦੀ। ਸੋਚੋ, ਹੋ ਸਕਦਾ ਕਿਸੇ ਦਾ ਕੀ ਪਤਾ ਹੈ, ਇੱਕ ਅੱਧੀ ਇੱਟ ਅਸੀਂ ਵੀ ਢੋਈ ਹੋਵੇ ਜੀ, ਕੋਈ ਗੁਰੂ ਸਾਹਿਬ ਦੀ ਮਿਹਰ ਹੋਈ ਹੋਵੇ। ਹਾਂਜੀ, ਕੇਤਿਕ ਗਹਿ ਕਰ ਨਿਜ ਮਤ ਸੰਗ। ਚਿਨੈ ਸੋ ਈਂਧਨ ਕਰੈ ਉਤੰਗ। ਕਈ ਆਪਣੇ ਹੱਥਾਂ ਨਾਲ ਫੜ ਕੇ ਆਪਣੀ ਬੁੱਧੀ ਅਨੁਸਾਰ ਬਾਲਣ ਚਿਣਦੇ ਆ ਤੇ ਇੱਟਾਂ ਨੂੰ ਪਕਾਉਣ ਦਾ ਯਤਨ ਕਰਦੇ ਆ। ਹਾਂਜੀ, ਕੇਤਿਕ ਕੂਰਾ ਕਰੈ ਸਕੇਲਨ। ਕਈ ਫਿਰ ਸਾਧ ਸੰਗਤ ਜੀ ਗੋਆ ਇਹੋ ਜਿਹੀਆਂ ਚੀਜ਼ਾਂ ਇਕੱਠੀਆਂ ਕਰਕੇ ਲਿਆਉਂਦੇ ਆ ਸ਼ਹਿਰ ਦੀਆਂ, ਉਹ ਬਲਦੀ ਭੱਠੀ 'ਚ ਪਾਉਂਦੇ ਆ, ਉਹਦੇ ਨਾਲ ਫਿਰ ਇੱਟਾਂ ਛੇਤੀ ਪੱਕਦੀਆਂ ਨੇ ਜੀ। ਹਾਂਜੀ, ਈਂਟ ਪਕਾਵਨ ਹਿਤ ਕਰ ਮੇਲਨ। ਬੜੇ ਪਿਆਰ ਨਾਲ ਇੱਟਾਂ ਨੂੰ ਪਕਾਉਣ ਦੀ ਸੇਵਾ ਕਰਦੇ। ਕਈ ਸੰਚਿਆਂ 'ਚ ਪਾਉਂਦੇ ਆ, ਕਈ ਮਿੱਟੀ ਚੀਕਣੀ ਕਰਦੇ ਆ, ਕਈ ਆਵਾ ਪੱਕਾ, ਵਾਹਿਗੁਰੂ ਆਵਾ ਬਾਲਣ ਵਾਸਤੇ ਗੋਹਾ ਵਗੈਰਾ ਲੈ ਕੇ ਆਉਂਦੇ ਆ। ਮਤਲਬ ਬੜੇ ਤਰੀਕਿਆਂ ਨਾਲ ਸੇਵਾ ਹੋ ਰਹੀ ਹੈ ਜੀ। ਹਾਂਜੀ, ਕੋ ਭੋਜਨ ਨਿਜ ਘਰ ਤੇ ਖਾਏ। ਸੇਵਾ ਕਰਦਿਆਂ ਕਈ ਪ੍ਰੇਮੀ ਲੰਗਰ 'ਚੋਂ ਪ੍ਰਸ਼ਾਦਾ ਨਹੀਂ ਛਕਦੇ, ਘਰੋਂ ਹੀ ਛਕਦੇ ਆ ਜੀ। ਉਹ ਭਾਈ ਮੰਝ ਦੀ ਵਾਂਗੂ ਵੀ ਇੱਥੇ ਕਰਕੇ ਇੱਥੇ ਛਕ ਲਿਆ ਤੇ ਮਜ਼ਦੂਰੀ ਹੋ ਗਈ ਨਾ। ਤੇ ਇਸ ਗੱਲ ਨੂੰ ਮੁੱਖ ਰੱਖ ਕੇ, ਨਿਸ਼ਕਾਮਤਾ ਨੂੰ ਧਾਰਨ ਕਰਕੇ ਉਹ ਫਿਰ ਪ੍ਰਸ਼ਾਦਾ ਘਰੋਂ ਛਕਦੇ ਆ। ਹਾਂਜੀ, ਸਭ ਦਿਨ ਗੁਰ ਕੀ ਸੇਵ ਕਮਾਏ। ਪਰ ਸਾਰਾ ਦਿਨ ਸੇਵਾ ਗੁਰੂ ਘਰ ਹੀ ਕਰਦੇ ਆ ਜੀ। ਕਿੰਨੇ ਭਾਗਾਂ ਵਾਲੇ ਸਿੱਖ ਨੇ ਜੀ, ਉਹ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਕੇਤਿਕ ਦਰਬ ਅਰਪ ਹੈ ਆਏ। ਕਈ ਫਿਰ ਖੂਬ ਖੁੱਲੀ ਮਾਇਆ ਭੇਟਾ ਕਰ ਦਿੰਦੇ ਸੱਚੇ ਪਾਤਸ਼ਾਹ ਨੂੰ। ਹਾਂਜੀ, ਬ੍ਰਿੰਦ ਮਿਹਨਤੀ ਦੇਤ ਲਗਾਏ। ਤੇ ਕਈ ਆਪ ਨਹੀਂ ਸੇਵਾ ਕਰ ਸਕਦੇ, ਮਜ਼ਦੂਰ ਆਪਣੇ ਵੱਲੋਂ ਲਾ ਦਿੰਦੇ ਆ, ਮਜ਼ਦੂਰਾਂ ਕੋਲੋਂ ਸੇਵਾ ਕਰਵਾ ਦਿੰਦੇ ਆ ਜੀ। ਹਾਂਜੀ, ਕੇਤਿਕ ਦੇਗ ਆਹਾਰ ਕਰਨ ਤੇ। ਕਈ ਤੇ ਲੰਗਰ 'ਚੋਂ ਭੋਜਨ ਵੀ ਛਕ ਲੈਂਦੇ ਆ। ਸਰ ਕੀ ਸੇਵਾ ਲੱਗੇ ਰਹਨ ਤੇ। ਸਰੋਵਰ ਦੀ ਸੇਵਾ 'ਚ ਲੱਗੇ ਰਹਿੰਦੇ। ਮਹਾਰਾਜ ਦੋਵਾਂ ਤੇ ਬਰਾਬਰ ਮੇਰਾ ਕਰ ਰਹੇ ਨੇ ਜੀ। ਕੇਤਿਕ ਅਜ਼ਮਤ ਕੇ ਜੁਤ ਭਾਰੀ। ਜਾਏ ਨਿਸਾ ਨਿਜ ਸਦਨ ਮਝਾਰੀ। ਤੇ ਕਈ ਫਿਰ ਬੜੀਆਂ ਬੜੀਆਂ ਸੰਗਤ ਦੀ ਕਰਾਮਾਤਾਂ ਵਾਲੇ ਵੀ ਹੈਗੇ ਆ, ਉਹ ਦੂਰੋਂ ਦੂਰੋਂ ਵੀ ਆ ਜਾਂਦੇ ਆ ਤੇ ਰਾਤ ਫਿਰ ਘਰ ਚਲੇ ਜਾਂਦੇ। ਤੁਸੀਂ ਸਾਖੀ ਸੁਣੀ ਸੀ ਬੌਲੀ ਸਾਹਿਬ ਜੀ ਦਾ, ਜਦੋਂ ਨਿਰਮਾਣ ਹੋ ਰਿਹਾ ਸੀ ਗੋਇੰਦਵਾਲ ਸਾਹਿਬ, ਕਾਬਲ ਤੋਂ ਮਾਈ ਆਉਂਦੀ ਸੀਗੀ, ਰੋਜ਼ ਆਉਂਦੀ ਸੀਗੀ ਤੇ ਰੋਜ਼ ਵਾਪਸ ਵੀ ਜਾਂਦੀ ਸੀਗੀ ਜੀ। ਇਹ ਨਾਮ ਦੀਆਂ ਬਰਕਤਾਂ ਨੇ, ਨਾਮ ਦੀਆਂ ਤਾਕਤਾਂ ਨੇ।
ਸੋ ਕਈ ਤੇ ਦੂਰੋਂ ਦੂਰੋਂ ਆਉਂਦੇ ਆ, ਗੁਪਤ ਆਉਂਦੇ ਆ, ਚੁੱਪ ਕਰਕੇ ਆਪਣੇ ਦੇਸ਼ ਵਿੱਚ ਵੀ ਰਾਤੋਂ ਰਾਤ ਚੱਲ ਜਾਂਦੇ ਆ ਜੀ। ਹੋਤ ਭੋਰ ਕੇ ਆਵਤ ਸੋਈ, ਦਿਨ ਚੜਿਆ ਫੇਰ ਉਹ ਆ ਜਾਂਦੇ ਨੇ। ਹਾਂਜੀ, ਸਰ ਕੀ ਸੇਵ ਲੱਗੇ ਸਭ ਕੋਈ, ਕਹਿੰਦੇ ਵੱਡੀਆਂ ਵੱਡੀਆਂ ਤਾਕਤਾਂ ਵਾਲੇ ਵੀ ਆ ਕੇ ਸਰੋਵਰ ਦੀ ਸੇਵਾ ਵਿੱਚ ਲੱਗੇ ਹੋਏ ਨੇ ਜੀ। ਹਾਂਜੀ, ਸਫਲ ਜਨਮ ਆਪਣੇ ਕੋ ਜਾਣੈ, ਉਹ ਆਪਣੇ ਜਨਮ ਨੂੰ ਸਫਲਾ ਸਮਝਦੇ ਵੀ ਸਰੋਵਰ ਬਣਾਉਣ ਦੀ ਸੇਵਾ ਕਰ ਲਈ, ਮਤਲਬ ਸਾਡਾ ਜਨਮ ਸਫਲਾ ਹੋ ਗਿਆ। ਸਗਰੇ ਦਿਵਸ ਟਹਿਲ ਕੋ ਠਾਨੈ, ਸਾਰਾ ਦਿਨ ਹੀ ਸੇਵਾ ਕਰਦੇ। ਹਾਂਜੀ, ਸਤਿਗੁਰ ਅਰਜਨ ਅੰਤਰਜਾਮੀ, ਮਹਾਰਾਜ ਅੰਤਰਜਾਮੀ ਪਲੰਗਾ ਡਾਇਆ, ਪਲੰਗੇ ਤੇ ਬੈਠੇ ਆ, ਜਾਣਦੇ ਆ। ਹਾਂਜੀ, ਜੋ ਸੇਵੈ ਹੈ ਸੋ ਜਾਣੈ ਸੁਆਮੀ, ਵੀ ਕੌਣ ਘਰੋਂ ਲੰਗਰ ਛਕ ਰਿਹਾ, ਕੌਣ ਇੱਥੋਂ ਛਕ ਰਿਹਾ, ਕੌਣ ਕਾਬਲ ਚੋਂ ਆ ਕੇ ਸੇਵਾ ਕਰ ਰਿਹਾ, ਕੌਣ ਉਸੇ ਵੇਲੇ ਹੀ ਰਾਤ ਨੂੰ ਵਾਪਸ ਵੀ ਪਰਤ ਜਾਂਦਾ, ਕੌਣ ਗੁਪਤ ਆ ਰਿਹਾ, ਕੌਣ ਪ੍ਰਗਟ ਆ ਰਿਹਾ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਸਾਰੀ ਗੱਲ ਹੀ ਜਾਣਦੇ ਹੈ। ਇਹ ਉਹ ਮਹਾਨ ਅਸਥਾਨ ਹੈ ਜਿੱਥੇ ਖੁਦ ਪਰਮੇਸ਼ਰ ਜੀ ਨੇ ਵੀ ਆ ਕੇ ਸੇਵਾ ਕਰਨੀ ਹੈ। ਜਦੋਂ ਸ਼ਬਦ ਉਚਾਰਨਾ ਕਿ ਕਥਾ ਆਏਗੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਉਹ ਅਸਥਾਨ ਹੈ। ਤੇ ਸਿੱਖ ਕਿਉਂ ਨਹੀਂ ਆਉਣਗੇ, ਬ੍ਰਹਮ ਗਿਆਨੀ ਕਿਉਂ ਨਹੀਂ ਆਉਣਗੇ? ਮਹਾ ਮਹਾਤਮ ਚਹਤ ਬਿਥਾਰਾ, ਜੋ ਸਿੱਖ ਹੋਏ ਕਾਮ ਨਾ ਵਾਰਾ। ਮਹਾਰਾਜ ਜੀ ਵੀ ਇਸ ਸਰੋਵਰ ਨੂੰ ਬਹੁਤਾ ਹੀ ਵੱਡੀਆਂ ਮਹਾਨਤਾਵਾਂ ਵਾਲਾ ਬਣਾ ਰਹੇ ਨੇ, ਤਾਂ ਕਿ ਇੱਥੇ ਇਸ਼ਨਾਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ, ਕਾਮਨਾਵਾਂ ਪੂਰੀਆਂ ਹੋਣ। ਇਸ ਜਗ ਕੇ ਸੁਖ ਸਭ ਬਿਦ ਦੀਨ, ਸੇਵਾ ਕਰਨ ਵਾਲਿਆਂ ਨੂੰ ਇਸ ਜਗਤ ਦੇ ਸਾਰੇ ਸੁੱਖ ਹੀ ਦਿੱਤੇ ਮਹਾਰਾਜ ਨੇ, ਸਾਰੇ ਸੁੱਖ ਹੀ ਦਿੱਤੇ ਜੀ। ਹਾਂਜੀ, ਪੁੰਨ ਪਰਲੋਕ ਮੈਂ ਸ਼ੁਭ ਗਤ ਕੀਨ, ਤੇ ਮੁਕਤ ਵੀ ਕਰ ਦਿੰਦੇ ਹਨ, ਪਰਲੋਕ ਦੇ ਵੀ ਸੁੱਖ ਦੇ ਦਿੰਦੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸਰ ਕੀ ਨਿਤਕਾਰ, ਇਸ ਪ੍ਰਕਾਰ ਨਿਤਾ ਪ੍ਰਤੀ ਸਰੋਵਰ ਸਾਹਿਬ ਦੀ ਸੇਵਾ ਹੋ ਰਹੀ ਹੈ। ਹੋਇਓ ਜਾਤ ਖਨ ਵਹਿਰ ਨਿਕਾਰ, ਤੇ ਕੋਈ ਮਿੱਟੀ ਪੁੱਟ ਰਿਹਾ, ਕੋਈ ਟੋਕਰੀਆਂ ਢੋ ਰਿਹਾ, ਕੋਈ ਆਵੇ ਪਕਾ ਰਿਹਾ, ਕੋਈ ਬਾਹਰੋਂ ਗੋਬਰ ਵਗੈਰਾ ਲੈ ਕੇ ਆ ਰਿਹਾ, ਮਤਲਬ ਸੇਵਾ 'ਚ ਲੱਗੇ ਆ ਜੀ। ਤੇ ਗੁਪਤ ਪ੍ਰਗਟ ਜਿਹੜੇ ਆ ਰਹੇ ਉਹਨਾਂ ਦੀ ਗਿਣਤੀ ਨਹੀਂ ਹੈਗੀ ਜੀ। ਹਾਂਜੀ, ਜੇ ਸਿੱਖ ਲੰਮੇ ਦੇਸ਼ ਮਝਾਰ, ਜਿਹੜੇ ਲੰਮੇ ਦੇਸ਼ ਦੇ ਆ। ਹਾਂਜੀ, ਧਨੀ ਘੇਪ ਕੇ ਪੋਠੋਹਾਰ, ਇਹ ਦੇਸ਼ਾਂ ਦੇ ਨਾਮ ਨੇ। ਧੰਨੀ, ਘੇਪ, ਪੋਠੋਹਾਰ, ਉਹਨਾਂ ਇਲਾਕਿਆਂ 'ਚੋਂ ਵੀ ਆ ਰਹੇ ਹੈ। ਹਾਂਜੀ, ਤਖਤ ਹਜ਼ਾਰਾ ਛਜ ਹਜ਼ਾਰਾ, ਤਖਤ ਹਜ਼ਾਰਾ, ਛੱਜ ਹਜ਼ਾਰਾ, ਕਾਬਲ ਨਗਰ ਪਿਸ਼ੌਰ ਕੰਧਾਰਾ, ਕਾਬਲ, ਪਿਸ਼ੌਰ, ਕੰਧਾਰ, ਇਹਨਾਂ ਇਲਾਕਿਆਂ 'ਚੋਂ ਵੀ ਸੰਗਤ ਆ ਰਹੀ ਹੈ। ਬਲਖ ਬੁਖਾਰਾ ਅਰ ਮੁਲਤਾਨ, ਬਲਖ ਬੁਖਾਰਿਓਂ ਆ ਰਹੀ ਹੈ, ਮੁਲਤਾਨ 'ਚੋਂ। ਇਹਨਾਂ ਇਲਾਕਿਆਂ 'ਚ ਬੜੀ ਸਿੱਖੀ ਮਹਾਰਾਜ ਦੀ ਹੁਣ ਵੀ ਹੈਗੀ ਹੈ ਜੀ। ਉਹ ਵੀ ਸਿੱਖ ਅੰਮ੍ਰਿਤਸਰ ਸਾਹਿਬ ਸੇਵਾ ਕਰਨ ਆ ਰਹੇ ਹਨ। ਇਤਿਆਦਿਕ ਪਸ਼ਚਮ ਦਿਸ਼ ਜਾਨ, ਸੋ ਪਸ਼ਚਮ ਦੀ ਦਿਸ਼ਾ ਵਿੱਚੋਂ ਉਧਰੋਂ ਵੀ ਸਿੱਖ ਆ ਰਹੇ ਹਨ। ਹਾਂਜੀ, ਛਠੇ ਮਾਸ ਕੈ ਸੰਮਤ ਮਾਹੀ, ਉਹ ਕਦੋਂ ਆਉਂਦੇ? ਕੋਈ 6 ਮਹੀਨਿਆਂ ਬਾਅਦ ਆਉਂਦਾ ਹੈ, ਕੋਈ ਮਹੀਨੇ ਬਾਅਦ ਆ ਜਾਂਦਾ, ਕਈ ਸਾਲ ਬਾਅਦ ਆਉਂਦੇ ਆ। ਪਰ ਸੇਵਾ ਨੂੰ ਮੁੱਖ ਰੱਖਦੇ ਆ ਵੀ ਸੇਵਾ ਕਰਨੀ ਹੈ ਸਰੋਵਰ ਦੀ। ਹਾਂਜੀ, ਦਰਸ਼ਨ ਕਰਨ ਆਏ ਗੁਰ ਪਾਹੀ, ਉਹ ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨਾਲੇ ਦਰਸ਼ਨ ਕਰਦੇ ਆ, ਨਾਲੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕੇ ਸੇਵਾ ਕਰਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਇੰਝ ਥੋੜੀ ਆਖਣਾ ਜੀ, ਗੱਜ ਕੇ ਆਖੋ ਵਾਹਿਗੁਰੂ। ਬਹੁਤ ਪਿਆਰ ਨਾਲ ਆ ਕੇ ਸਾਰੇ ਸੇਵਾ ਕਰਦੇ ਆ। ਰਹੈ ਕਿਤਕ ਦਿਨ ਸੇਵਾ ਸਰ ਕੀ, ਹਾਂਜੀ, ਕਰੈ ਪ੍ਰੇਮ ਧਰ ਸ਼ਰਧਾ ਔਰ ਕੀ। ਸਰੋਵਰ ਸਾਹਿਬ ਜੀ ਦੀ ਸੇਵਾ ਕਰਨ ਲਈ ਕਈ ਕਈ ਦਿਨ ਰਹਿ ਕੇ ਜਾਂਦੇ ਆ, ਕਈ ਕਈ ਦਿਨ ਬੜੇ ਪਿਆਰ ਨਾਲ, ਬੜੀ ਸ਼ਰਧਾ ਦੇ ਨਾਲ ਸੇਵਾ ਕਰਦੇ ਆ। ਬਾਹਰੋ ਸਤਿਗੁਰ ਕੇ ਢਿਗ ਆਏ, ਜਾਚੈ ਹੈ ਬਿਦਾ ਸਦਨ ਕੋ ਜਾਏ। ਸੋ ਫਿਰ ਉਹ ਜਾਣ ਦੀ ਆਗਿਆ ਵੀ ਮੰਗਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਗਿਆ ਦੇ ਦਿਓ, ਸਾਨੂੰ ਵਿਦਾ ਕਰ ਦਿਓ,
ਆਪਣੀ ਮਰਜ਼ੀ ਨਾਲ ਨਹੀਂ ਜਾਂਦੇ, ਜਦੋਂ ਮਹਾਰਾਜ ਭੇਜ ਦੇਣ ਉਦੋਂ ਜਾਂਦੇ ਆ। ਇਹਦੇ ਵਿੱਚ ਵੀ ਰਮਜ ਚ ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਮਰਦਾਸ ਸਾਹਿਬ ਜੀ ਕੋ ਇੱਕ ਜੱਥਾ ਆਇਆ ਸੇਵਾ ਵਾਸਤੇ, ਸਾਰਿਆਂ ਨੂੰ ਆਗਿਆ ਦੇ ਦਿੱਤੀ ਤੇ ਇੱਕ ਸ਼ਾਹੂਕਾਰ ਨੂੰ ਨਾ ਦਿੱਤੀ ਜੀ। ਮਹਾਰਾਜ ਉਹਨੂੰ ਸੇਵਾ ਕਰਾਈ ਦਾ। ਉਹ ਜਦੋਂ ਆਗਿਆ ਮੰਗਣ ਆਵੇ ਮਹਾਰਾਜ ਕਹਿੰਦੇ ਨਹੀਂ ਜਾਣਾ, ਜਦੋਂ ਆਗਿਆ ਮੰਗਣ ਆਵੇ ਮਹਾਰਾਜ ਕਹਿੰਦੇ ਨਹੀਂ ਜਾਣਾ। 40 ਕੁ ਦਿਨ ਹੋ ਗਏ ਜੀ, ਤੇ ਮਹਾਰਾਜ ਕਹਿੰਦੇ ਪਤਾ ਤੈਨੂੰ ਕਿਉਂ ਨਹੀਂ ਜਾਣ ਦਿੱਤਾ? ਕਹਿੰਦਾ ਮਹਾਰਾਜ ਨਹੀਂ। ਮਹਾਰਾਜ ਕਹਿਣ ਲੱਗੇ ਜਦੋਂ ਤੂੰ ਜਾਣਾ ਸੀ ਨਾ, ਕਈ ਦਿਨ ਲੱਗਣੇ ਸਨ ਤੈਨੂੰ ਰਾਹ 'ਚ, ਤੇ ਰਸਤੇ 'ਚ ਤੇਰੀ ਮੌਤ ਹੋਣੀ ਸੀ। ਕਹਿਣ ਲੱਗੇ ਤੇਰੀ ਮੌਤ ਹੋ ਜਾਣੀ ਸੀਗੀ। ਲੋਕਾਂ ਕਹਿਣਾ ਸੀ ਗੁਰੂ ਕੋਲੋਂ ਆਇਆ ਰਾਹ 'ਚ ਮਰ ਗਿਆ। ਮਹਾਰਾਜ ਕਹਿੰਦੇ ਤੂੰ ਸਾਡੇ ਕੋਲ ਪੁੱਛਣ ਆਉਣਾ ਸੀ, ਸਾਨੂੰ ਵੇਖਦਾ ਸੀ, ਅਸੀਂ ਤੈਨੂੰ ਜਾਣ ਨਹੀਂ ਦਿੱਤਾ। ਹੁਣ ਜਾ। ਮਹਾਰਾਜ ਕਹਿੰਦੇ ਹੁਣ ਉਮਰ ਲੰਬੀ ਹੋ ਗਈ ਤੇਰੀ। ਹਾਂਜੀ, ਇੱਕ ਬੱਚਾ ਬੜੀ ਸੇਵਾ ਕਰਦਾ ਸੀਗਾ ਜੀ, ਬੜੀ ਸੇਵਾ ਕਰਿਆ ਕਰੇ। ਉਮਰ ਉਹਦੀ ਛੋਟੀ ਸੀ, 9 ਕੁ ਸਾਲ ਦੀ। ਛੋਟੇ ਬੱਚੇ ਕਈ ਬਹੁਤ ਸੇਵਾ ਵਾਲੇ ਹੁੰਦੇ ਜੀ। ਤੇ 10ਵੇਂ ਪਾਤਸ਼ਾਹ ਕੋਲ ਆਏ ਸਨ ਜੀ ਉਹ, ਤੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸਿੱਖ ਆਗਿਆ ਮੰਗਦੇ। ਤੇ ਜਦੋਂ ਬੱਚਾ ਆਇਆ ਨਾ, ਮਹਾਰਾਜ ਨੇ ਵੇਖਿਆ ਬੱਚੇ ਦੀ ਰਾਹ 'ਚ ਮੌਤ ਹੋ ਜਾਣੀ ਹੈ। ਹਾਂਜੀ, ਮਹਾਰਾਜ ਕਹਿਣ ਲੱਗੇ ਛੇਤੀ ਦੇ ਨਾਲ ਕਲਮ ਲੈ ਕੇ ਆਓ, ਸ਼ਾਹੀ ਲੈ ਕੇ ਆਓ। ਲੈ ਕੇ ਆਏ। ਉਹ ਬੱਚੇ ਦਾ ਮੁੱਖ ਬੜਾ ਭਰਿਆ ਸੀ, ਗੋਲ ਮੋਲ ਜਿਹਾ, ਸੋਹਣਾ ਬੜਾ ਸੀ। ਸਿੱਖ ਕਹਿੰਦੇ ਅਰੇ ਪਿਆਰ ਕਰਨ ਲੱਗੇ ਮਹਾਰਾਜ। ਮਹਾਰਾਜ ਨੇ ਨਾ 0 ਪਾ ਦਿੱਤਾ ਜੀ ਉਹਦੇ ਮੱਥੇ ਤੇ ਪ੍ਰੇਮੀ ਪੁੱਛਦੇ ਮਹਾਰਾਜ ਇਹ ਕੀ? ਮਹਾਰਾਜ ਕਹਿੰਦੇ 9 ਸਾਲ ਉਮਰ ਸੀ, ਸੇਵਾ ਕੀਤੀ ਸੰਗਤ ਦੀ, ਹੁਣ ਅੱਗੇ 0 ਪਾਤਾ, 90 ਸਾਲ ਦਾ ਹੋ ਕੇ ਮਰੇਗਾ। ਕਹਿਣ ਹਾਂਜੀ, ਜਿਹੜੇ ਤੇ ਆਗਿਆ ਮੰਗ ਕੇ ਜਾਂਦੇ ਫਿਰ ਖੁਸ਼ੀਆਂ ਵੀ ਲੈ ਕੇ ਜਾਂਦੇ, ਖੁਸ਼ੀਆਂ ਵੀ ਲੈ ਕੇ ਜਾਂਦੇ। ਫਿਰ ਪੜੋ ਪੰਕਤੀ। ਬਾਹਰੋਂ ਸਤਿਗੁਰ ਬਾਹਰੋਂ ਸਤਿਗੁਰ ਕੇ ਢਿੱਗ ਆਏ। ਸੋ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਆਉਂਦੀ ਹੈ, ਫਿਰ ਜਾਣ ਲੱਗਿਆ ਮਹਾਰਾਜ ਦੇ ਕੋਲ ਆਉਂਦੀ ਹੈ, ਸੇਵਾ ਕਰਦੀ ਰਹਿੰਦੀ ਹੈ ਜਿੰਨਾ ਸਮਾਂ ਆਉਂਦੀ ਹੈ। ਜਾਚੈ ਬਿਦਾ ਸਦਨ ਕੋ ਜਾਏ। ਮਹਾਰਾਜ ਕੋ ਆਗਿਆ ਮੰਗਦੀ ਸੰਗਤ, ਮਹਾਰਾਜ ਆਗਿਆ ਦਿਓ ਸੱਚੇ ਪਾਤਸ਼ਾਹ ਘਰ ਜਾਣਾ ਹੈ, ਆਗਿਆ ਦਿਓ। ਫਿਰ ਜਦੋਂ ਮਹਾਰਾਜ ਆਗਿਆ ਦੇ ਕੇ ਤੋਰਦੇ ਆ, ਫਿਰ ਮਹਾਰਾਜ ਰਾਹ ਪੈਂਡੇ ਵਿੱਚ ਵੀ ਸਹਾਈ ਹੁੰਦੇ ਆ। ਉਦੋਂ ਵੇਖੋ ਸਫ਼ਰ ਕਰਨੇ ਬਹੁਤ ਔਖੇ ਹੁੰਦੇ ਸਨ ਜੀ। ਸ਼੍ਰੀ ਅਰਜਨ 300 ਤਬ ਕਹੈ। ਹੁਣ ਨਵੀਂ ਗੱਲ ਸੁਣ ਲਓ, ਇੱਕ ਨਵੀਂ ਗੱਲ। ਜਦੋਂ ਨਾ ਆਗਿਆ ਮੰਗਣ ਆਉਣਾ ਨਾ, ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਗੱਲ ਕਹਿਣੀ ਜੀ ਉਹਨਾਂ ਨੂੰ। ਹਾਂਜੀ, ਹੇ ਸਿੱਖ ਤੁਮ ਨੰਦਨ ਕਹੈ। ਮਹਾਰਾਜ ਨੇ ਕਹਿਣਾ ਸਿੱਖਾ ਕਿੰਨੇ ਪੁੱਤ ਨੇ ਤੇਰੇ? ਹਾਂਜੀ, ਕਹਿ ਭਰਾਤਾ ਮਿਲ ਬਨਜ ਕਰਨ ਤੇ ਤੁਸੀਂ ਕਿੰਨੇ ਭਰਾ ਹੋ? ਕਿੰਨੇ ਜਣੇ ਮਿਲ ਕੇ ਵਪਾਰ ਕਰਦੇ ਹੋ? ਹਾਂਜੀ, ਕਬ ਕੇ ਸਿੱਖੀ ਆਪ ਧਰਨ ਤੇ। ਕਦੋਂ ਕਦੇ ਸਿੱਖ ਬਣੇ ਹੋਏ ਹੋ ਤੁਸੀਂ? ਹਾਂਜੀ, ਹੱਥ ਜੋੜ ਸੋ ਬਾਕ ਪਨੇ ਹੈ। ਤੇ ਇੱਕ ਸਿੱਖ ਕਹਿੰਦਾ ਹੱਥ ਜੋੜ ਕੇ ਮਹਾਰਾਜ ਨੂੰ, ਹਾਂਜੀ, ਪਿਤਾ ਪਿਤਾਮਾ ਸਿੱਖ ਬਨੇ ਹੈ। ਮਹਾਰਾਜ ਸਾਡਾ ਪਿਤਾ, ਸਾਡਾ ਦਾਦਾ, ਅਸੀਂ ਉਸ ਸਮੇਂ ਦੇ ਸਿੱਖ ਹਾਂ ਤੁਹਾਡੇ। ਹਾਂਜੀ, ਪੁੱਤਰ 4 ਹੈ ਰਾਵਰ ਕਰੁਣਾ। ਤੁਹਾਡੀ ਮਿਹਰ ਨਾਲ 4 ਪੁੱਤ ਨੇ ਮਹਾਰਾਜ ਮੇਰੇ। ਹਾਂਜੀ, ਬੈਠ ਦੁਕਾਨ ਬਨਜ ਕੋ ਕਰਨਾ। ਦੁਕਾਨ ਹੈ ਸਾਡੀ, ਵਪਾਰ ਕਰਦੇ ਆ ਮਹਾਰਾਜ। ਸੁਨ ਸਤਿਗੁਰ ਤਿਹ ਸੋ ਫੁਰਮਾਏ। ਮਹਾਰਾਜ ਸੱਚੇ ਪਾਤਸ਼ਾਹ ਉਸ ਸਿੱਖ ਨੂੰ ਕਹਿਣ ਲੱਗੇ ਦ્વੈ ਸੁਤ ਦੇਹੋ ਹਮ ਕੋ ਇਸ ਥਾਏ। ਮਹਾਰਾਜ ਕਹਿੰਦੇ 2 ਪੁੱਤ ਸਾਨੂੰ ਦੇ ਜਾ, 2 ਸਾਨੂੰ ਦੇ ਜਾ। ਹਾਂਜੀ, ਗੁਰਪੁਰ ਮੈਂ ਬਸ ਕਰੈ ਦੁਕਾਨ। ਗੁਰੂ ਦੀ ਨਗਰੀ ਗੁਰੂ ਰਾਮਦਾਸ ਜੀ ਦੀ, ਇੱਥੇ ਰਹਿਣਗੇ, ਇੱਥੇ ਦੁਕਾਨਾਂ ਪਾ ਕੇ ਵਪਾਰ ਕਰਨਗੇ। ਕਹਿਣ ਲੱਗੇ ਲੱਭ ਹੈ ਲਾਭ ਬਨਜ ਕੋ ਠਾਨ। ਵਾਹ ਜੀ ਵਾਹ, ਬਚਨ ਕੀ ਵਰ ਦੇਤਾ ਸਤਿਗੁਰਾਂ ਨੇ। ਮਹਾਰਾਜ ਕਹਿਣ ਲੱਗੇ ਜੇ ਇੱਥੇ ਵਪਾਰ ਕਰਨਗੇ ਲਾਭ ਹੀ ਲਾਭ ਲੈਣਗੇ, ਫਾਇਦਾ ਹੀ ਫਾਇਦਾ ਹੋਏਗਾ, ਪ੍ਰੋਫਿਟ ਹੀ ਪ੍ਰੋਫਿਟ ਹੋਏਗਾ। ਮਹਾਰਾਜ ਕਹਿੰਦੇ 2 ਸਾਨੂੰ ਦੇ ਜਾ। ਬਾਕ ਮਾਨਸੋ ਆਨ ਬਸਾਵੇਂ। ਤੇ ਫਿਰ ਸਿੱਖ ਮਹਾਰਾਜ ਦਾ ਬਚਨ ਮੰਨ ਕੇ ਆਪਣੇ ਪੁੱਤਰਾਂ ਨੂੰ ਇੱਥੇ ਛੱਡ ਗਿਆ ਤੇ ਵਸਾ ਗਿਆ ਜੀ।
ਹਾਂਜੀ। ਜਿਸ ਕੇ ਜੁਗ ਸੁਤ ਇਕ ਤਹ ਆਵੈ। ਮਹਾਰਾਜ ਇਸ ਤਰ੍ਹਾਂ ਸਾਰਿਆਂ ਨੂੰ, ਉਹ ਤੇਰੇ ਕਿੰਨੇ ਪੁੱਤ ਭਾਈ? ਉਹ ਕਹੇ ਮਹਾਰਾਜ 2। ਮਹਾਰਾਜ ਕਹਿੰਦੇ ਇੱਕ ਸਾਨੂੰ ਦੇ ਜਾ। ਜਿਹਦੇ ਜਿੰਨੇ ਸਨ ਇੱਕ ਮਹਾਰਾਜ ਅੱਧੇ ਰੱਖ ਲੈਂਦੇ ਸੀਗੇ ਜੀ ਸੱਚੇ ਪਾਤਸ਼ਾਹ। ਹਾਂਜੀ। ਇੱਕ ਦਿਸ਼ ਆਪਣੋ ਸਦਨ ਚਿਨਾਏ। ਤੇ ਇੱਕ ਪਾਸੇ ਮਹਾਰਾਜ ਗਰੀਬ ਨਵਾਜ ਜੀ ਨੇ ਘਰ ਬਣਵਾਏ ਜੀ। ਹਾਂਜੀ। ਦਿਸ਼ ਦੂਸਰ ਸਰਸੁਦਾ ਬਣਾਏ। ਇੱਕ ਪਾਸੇ ਸੁਦਾਸਰ ਬਣਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ। ਦੋਨੋਂ ਬੀਚ ਬਾਜ਼ਾਰ ਪਵਾਇਓ। ਤੇ ਵਿੱਚ ਘਰ ਬਾਜ਼ਾਰ ਬਣਾਇਆ ਜਿਹਦਾ ਨਾਮ ਗੁਰੂ ਬਾਜ਼ਾਰ ਰੱਖਿਆ ਜੀ। ਹੈਗਾ ਨਾ ਜੀ ਗੁਰੂ ਬਾਜ਼ਾਰ ਅੰਮ੍ਰਿਤਸਰ। ਗੁਰੂ ਕੇ ਮਹਿਲ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਿਹੜਾ ਬਾਜ਼ਾਰ, ਉਹਨੂੰ ਗੁਰੂ ਬਾਜ਼ਾਰ ਕਹਿੰਦੇ ਜੀ। ਰਸਤੇ 'ਚ ਆਉਂਦਾ ਜੀ। ਮਹਾਰਾਜ ਨੇ ਗੁਰੂ ਬਾਜ਼ਾਰ ਨਾਮ ਰੱਖਿਆ ਉਹਦਾ ਜੀ। ਹਾਂਜੀ। ਗਨ ਹਾਟਨ ਕੋ ਬਿਉਂਤ ਬਣਾਇਓ। ਫਿਰ ਉਹਨਾਂ ਵਿੱਚ ਦੁਕਾਨਾਂ ਦੀ ਵੀ ਵਿਉਂਤ ਬਣਵਾਈ ਸੱਚੇ ਪਾਤਸ਼ਾਹ ਜੀ ਨੇ ਜੀ। ਦਿਨ ਪ੍ਰਤ ਗੁਰ ਕੀ ਖੁਸ਼ੀ ਵੀ ਲੋਕ। ਤੇ ਮਹਾਰਾਜ ਦਿਨੋਂ ਦਿਨ ਹੀ ਖੁਸ਼ੀ ਹੈ, ਦਿਨੋਂ ਦਿਨ ਹੀ ਖੁਸ਼ੀ ਹੈ। ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇਖ ਕੇ ਆਵਹਿ ਸਿੱਖ ਕਰੈ ਨਿਜ ਓਕ। ਉਹ ਫਿਰ ਸਿੱਖ ਆਉਂਦੇ ਆ ਤੇ ਸਤਿਗੁਰਾਂ ਦੇ ਘਰਾਂ ਲਾਗੇ ਲਾਗੇ ਆਪਣੇ ਘਰ ਬਣਾਈ ਜਾਂਦੇ ਆ ਜੀ। ਹਾਂਜੀ। ਆਪਨ ਬੀਚ ਬਾਜ਼ਾਰ ਬਣਾਵੇਂ। ਤੇ ਬਾਜ਼ਾਰ ਦੇ ਵਿੱਚ ਫਿਰ ਦੁਕਾਨਾਂ ਵੀ ਪਾਉਂਦੇ ਆ। ਅਸੀਂ ਨਾ ਜੀ ਕੋਈ ਸਮਾਨ ਲੈਣਾ ਸੀ ਤੇ ਬਹੁਤ ਅੱਗੇ ਉੱਥੇ ਇਹੋ ਜਿਹੇ ਬਾਜ਼ਾਰ ਨੇ ਵੀ ਪਤਾ ਹੀ ਨਹੀਂ ਲੱਗਦਾ, ਮਸਾਂ ਤੁਰਨ ਜਿੰਨੀ ਥਾਂ ਹੀ ਹੁੰਦੀ ਹੈ ਜੀ। ਹਾਂਜੀ। ਉਹ ਬਾਜ਼ਾਰ 'ਚ ਜਿੰਨੇ ਪ੍ਰੇਮੀ, ਹਿੰਦੂ ਪ੍ਰੇਮੀ, ਉਹਨਾਂ ਸ੍ਰੀ ਗੁਰੂ ਰਾਮਦਾਸ ਜੀ ਦੀ ਸਰੂਪ ਲਾਇਆ ਜੀ। ਉਹਨੂੰ ਪੁੱਛਿਆ, 2-3 ਸਿੰਘ ਸਾਂ ਅਸੀਂ, ਪੁੱਛਿਆ ਵੀ ਤੁਸੀਂ ਮਹਾਰਾਜ ਦਾ ਸਰੂਪ ਲਾਇਆ? ਉਹ ਕਹਿੰਦੇ ਸਾਡੇ ਵੱਡੇ ਵਡੇਰਿਆਂ ਨੂੰ ਸਤਿਗੁਰਾਂ ਨੇ ਕਹਿ ਕੇ ਵਸਾਇਆ ਸੀਗਾ। ਬੜੇ ਬੜੇ ਪੁਰਾਣੇ ਖਾਨਦਾਨਾਂ ਦੇ ਖਾਨਦਾਨ ਅੱਜ ਵੀ ਅੰਮ੍ਰਿਤਸਰ ਵਿੱਚ ਵਸੇ ਹੋਏ, ਜਿਨ੍ਹਾਂ ਨੂੰ ਕਹਿ, ਉਹ ਬੜੇ ਵਪਾਰੀ ਤੇਜ ਨੇ ਜੀ। ਉਹ ਜੀ ਪੂਰੇ ਵਪਾਰੀ ਹੈਗੇ, ਰੁਪਈਏ ਰੁਪਈਏ ਦਾ ਹਿਸਾਬ ਰੱਖਦੇ ਜੀ। ਤੇ ਲਾਭ ਵੀ ਹੁੰਦਾ ਉਹਨਾਂ ਨੂੰ ਜੀ, ਕਿਉਂ ਮਹਾਰਾਜ ਦਾ ਬਚਨ ਹੈ ਨਾ। ਹਾਂਜੀ। ਆਪਨ ਬੀਚ ਬਾਜ਼ਾਰ ਬਣਾਵੇਂ। ਸੋ ਇਸ ਤਰੀਕੇ ਨਾਲ ਵਿਚਕਾਰ ਗੁਰੂ ਬਾਜ਼ਾਰ ਬਣਾਇਆ ਗਿਆ। ਬਸਨ ਹੇਤ ਨਿਜ ਸਦਨ ਚਿਨਾਵੇਂ। ਤੇ ਰਹਿਣ ਵਾਸਤੇ ਘਰ ਵੀ ਬਣਵਾਉਂਦੇ ਸਿੱਖ। ਹਾਂਜੀ। ਨਾਰਗਨ ਪੁਰਮੈ ਹੋਵਨ ਲਾਗੇ। ਸੋ ਇਸ ਤਰੀਕੇ ਨਾਲ ਸ਼ਹਿਰ 'ਚ ਵੀ ਰੌਣਕਾਂ ਲੱਗੀਆਂ, ਬਾਜ਼ਾਰਾਂ 'ਚ ਵੀ ਰੌਣਕਾਂ ਲੱਗੀਆਂ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਪੁਰਾਣੇ ਬਜ਼ੁਰਗ ਗਾਉਂਦੇ ਹੁੰਦੇ ਸਨ। ਮਹਾਰਾਜ ਗੁਰੂ ਰਾਮਦਾਸ ਜੀ ਦੇ ਨਗਰ 'ਚ ਰੌਣਕਾਂ ਲੱਗ ਗਈਆਂ। ਆਨ ਆਨ ਬਾਸੈ ਵੱਡ ਭਾਗੇ। ਤੇ ਵੱਡੇ ਭਾਗਾਂ ਵਾਲੇ ਆ ਕੇ ਗੁਰੂ ਰਾਮਦਾਸ ਜੀ ਦੇ ਮਹਾਨ ਨਗਰ ਵਿੱਚ ਰਹਿਣ ਲੱਗ ਪਏ। ਕਰਨ ਲੱਗੇ ਵਿਵਹਾਰ ਵਡੇਰੇ। ਵੱਡੇ ਵੱਡੇ ਕਾਰੋਬਾਰ ਵੀ ਸ਼ੁਰੂ ਹੋ ਗਏ ਜੀ ਇੱਥੇ। ਹਾਂਜੀ। ਜਹ ਕਹਿ ਆਪਣੇ ਸਿੱਖ ਜੋ ਹੇਰੇ। ਗੁਰੂ ਜੀ ਜਿੱਥੇ ਜਿੱਥੇ ਆਪਣੇ ਸਿੱਖਾਂ ਨੂੰ ਦੇਖਦੇ ਆ, ਤਹ ਤੇ ਆਪ ਬੁਲਾਵੇਂ ਨਾਥ। ਉਥੋਂ ਸੱਦੇ ਦੇ ਕੇ ਬੁਲਾਉਂਦੇ, ਭਾਈ ਇੱਥੇ ਆ ਕੇ ਵਪਾਰ ਕਰੋ। ਲਾਵੇਂ ਸੇਵ ਜੋ ਸ਼ਰਧਾ ਸਾਥ। ਤੇ ਨਾਲੇ ਸ਼ਰਧਾ ਵਿੱਚ, ਸ਼ਰਧਾ ਨਾਲ ਸੇਵਾ 'ਚ ਵੀ ਲਾਉਂਦੇ ਆ, ਨਾਲੇ ਵਪਾਰ ਵੀ ਕਰਾਉਂਦੇ ਮਹਾਰਾਜ। ਹਾਂਜੀ। ਕੇਤਕ ਸਿੱਖ ਆਪ ਤੇ ਆਏ। ਕਵੀ ਸੰਤੋਖ ਸਿੰਘ ਕਹਿੰਦੇ ਕਈ ਤੇ ਸੁਣ ਕੇ ਆਪੇ ਹੀ ਆ ਗਏ ਨਾ। ਮਹਾਰਾਜ ਦੀ ਨਗਰੀ, ਘਰ ਬਣਾਈਏ, ਦੁਕਾਨਾਂ ਬਣਾਈਏ, ਕੰਮਕਾਰ ਕਰੀਏ, ਸੇਵਾ ਕਰੀਏ, ਦਰਸ਼ਨ ਕਰੀਏ। ਕਿਨਹੂ ਢਿਗ ਨਰ ਪਠੇ ਬੁਲਾਏ। ਕਈਆਂ ਦੇ ਕੋਲ ਸਿੱਖ ਭੇਜ ਕੇ ਮਹਾਰਾਜ ਨੇ ਬੁਲਾਇਆ ਉਹਨਾਂ ਨੂੰ। ਵੇਖੋ ਉਹਨਾਂ ਦੀ ਕਿਸਮਤ। ਹਾਂਜੀ। ਪੂਰਨ ਹੋਤ ਜਾਚਨਾ ਜਿਉਂ ਜਿਉਂ। ਸੁਨ ਸੁਨ ਜਸ ਆਵੈ ਸਭ ਤਿਉਂ ਤਿਉਂ। ਜਿਉਂ ਜਿਉਂ ਸਿੱਖਾਂ ਦੀਆਂ ਕਾਮਨਾਵਾਂ ਭਾਵਨਾਵਾਂ ਪੂਰੀਆਂ ਹੋ ਰਹੀਆਂ ਨੇ, ਤਿਉਂ ਤਿਉਂ ਅੰਮ੍ਰਿਤਸਰ ਵਿੱਚ ਰੌਣਕਾਂ ਵੀ ਲੱਗ ਰਹੀਆਂ ਨੇ। ਪੁਰਾਣੇ ਬਜ਼ੁਰਗ ਬੋਲਦੇ ਹੁੰਦੇ ਸਨ, ਹੇ ਗੁਰੂ ਰਾਮਦਾਸ ਜੀ, ਤੁਹਾਡੀ ਨਗਰੀ ਸੁੱਖਾਂ ਨਾਲ ਵਸਦੀ ਹੈ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਸੁਖ ਵਸਦੀ ਗੁਰੂ ਰਾਮਦਾਸ ਤੇਰੀ ਨਗਰੀ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਤੇਰੀ ਨਗਰੀ ਬਾਬਾ ਤੇਰੀ ਨਗਰੀ।
ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਗੱਜ ਕੇ ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, 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 ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਫਿਰ ਅੰਮ੍ਰਿਤਸਰ ਸੰਘਣਾ ਵਸਿਆ ਜੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਲਿਖਿਆ ਜੀ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਕਹਿੰਦੇ ਰਾਮਦਾਸਪੁਰ ਗੁਰੂ ਰਾਮਦਾਸ ਸਾਹਿਬ ਦਾ ਨਗਰ ਫਿਰ ਬੜਾ ਸੰਘਣਾ ਵਸਿਆ ਜੀ। ਸੋ ਮਹਾਰਾਜ ਨੇ ਇੰਜ ਫਿਰ ਦੁਕਾਨਦਾਰਾਂ ਨੂੰ ਸੱਦਿਆ, ਹਾਂਜੀ, ਜਿੰਨੇ ਪੁੱਤ ਸਨ ਅੱਧੇ ਮਾਂ ਪਿਓ ਕੋ ਰਹਿਣ ਤੇ ਇੱਥੇ ਰੱਖ ਲਏ ਜੀ, ਹਾਂਜੀ। ਤੇ ਮਹਾਰਾਜ ਨੇ ਫਿਰ ਇੰਜ ਇਹ ਨਗਰ ਵਸਾਇਆ। ਇੱਕ ਵਾਰੀ ਸ਼ੁਰੂ ਕਰਨ ਦੀ ਦੇਰ ਸੀ, ਸਤਿਗੁਰੂ ਜੀ ਦੀ ਕਿਰਪਾ ਨਾਲ ਬਰਕਤਾਂ ਹੀ ਇੰਨੀਆਂ ਪਈਆਂ, ਆਉਂਦੇ ਹੀ ਗਏ ਜੀ, ਫਿਰ ਜੀ ਆਉਂਦੇ ਹੀ ਗਏ ਜੀ, ਹੁਣ ਤੱਕ ਵਸ ਰਿਹਾ ਹੈ ਜੀ। ਤੇ ਚੇਤਾ ਰੱਖਿਓ, ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ, ਇਹ ਦੋ ਨਗਰ ਇਹੋ ਜਿਹੇ ਨੇ ਜਿਨ੍ਹਾਂ ਨੇ ਵਸਦਿਆਂ ਹੀ ਰਹਿਣਾ ਹੈ ਜੀ। ਆਨੰਦਪੁਰ ਸਾਹਿਬ ਨੂੰ ਮਹਾਰਾਜ ਦਾ ਬਚਨ ਹੈ, ਆਨੰਦਪੁਰ ਸਦਾ ਹੀ ਵਸਦਾ ਰਹੇਗਾ। ਤੇ ਗੁਰੂ ਰਾਮਦਾਸ ਜੀ ਦੇ ਨਗਰ ਦਾ ਬਾਣੀ 'ਚ ਲਿਖਿਆ ਗਿਆ ਹੈ, ਬਾਣੀ ਕਦੀ ਗਲਤ ਨਹੀਂ ਹੋ ਸਕਦੀ। ਦੁਨੀਆ ਇੱਧਰ ਦੀ ਉੱਧਰ ਹੋ ਜੇ, ਅੰਮ੍ਰਿਤਸਰ ਵਸਦਾ ਹੀ ਰਹੇਗਾ ਜੀ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਇਹ ਵਸਦੀ ਰਹਿਣੀ ਨਗਰੀ ਜੀ ਗੁਰੂ ਰਾਮਦਾਸ ਜੀ ਦੀ। ਲਓ ਸਾਰੇ ਕਹਿ ਲਓ, ਪੁਰਾਣੇ ਬਜ਼ੁਰਗ ਜਦੋਂ ਆਉਂਦੇ ਹੁੰਦੇ ਸਨ ਨਾ, ਜੋਟੀਆਂ 'ਚ ਸ਼ਬਦ ਪੜ੍ਹਦੇ, ਦੂਰ ਦੂਰੋਂ ਸ਼ਹਿਰਾਂ 'ਚ ਆਉਣਾ, ਜਦੋਂ ਅੰਮ੍ਰਿਤਸਰ ਸ਼ੁਰੂ ਹੋ ਜਾਣਾ ਉਹਨਾਂ ਨੇ ਕਹਿਣਾ ਸ਼ੁਰੂ ਹੋ ਜਾਣਾ, ਨਿਹੰਗ ਸਿੰਘ ਮਹੱਲਾ ਕੱਢਦੇ ਤੇ ਸਾਰੇ ਅੰਮ੍ਰਿਤਸਰ ਦੇ ਵਿੱਚ ਜਦੋਂ ਚੱਕਰ ਕੱਢ ਲੈਂਦੇ ਆ ਨਾ, ਹੁਣ ਵੀ ਦੀਵਾਲੀ ਤੇ ਜਦੋਂ ਆਉਂਦੇ ਆ ਰਸਤੇ 'ਚ ਨਗਰਾਂ ਵਿੱਚ, ਗੁਰੂ ਬਾਜ਼ਾਰ ਥਾਣੀ ਦਰਬਾਰ ਸਾਹਿਬ ਆਉਂਦੇ ਆ, ਉਦੋਂ ਵੀ ਇਹ ਪੰਗਤੀਆਂ ਪੜ੍ਹਦੇ ਆਉਂਦੇ ਆ। ਪੜ੍ਹੋ ਪ੍ਰੇਮ ਨਾਲ, ਫਿਰ ਖਿਮਾ ਮੰਗੀਏ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ। ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ, ਤੇਰੀ ਨਗਰੀ ਬਾਬਾ ਤੇਰੀ ਨਗਰੀ। ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ, ਤੇਰੀ ਨਗਰੀ ਬਾਬਾ 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 ਤੇਰੀ ਨਗਰੀ। ਸੋ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਸ ਤਰ੍ਹਾਂ ਇਹ ਸ਼ਹਿਰ ਸੰਘਣਾ ਹੋਇਆ ਜੀ।
ਸੋ ਅੱਗੋਂ ਅੱਗੋਂ ਕਥਾ ਆਏਗੀ। ਕਈਆਂ ਨੂੰ ਮਹਾਰਾਜ ਵੇਖੋ ਭਾਗਾਂ ਵਾਲੇ ਸਿੱਖ ਭੇਜ ਭੇਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੱਦਿਆ। ਸੋ ਹੁਣ ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ਿਓ, ਪਿਆਰ ਨਾਲ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।